हाँ जी स्टूडेंट्स, ਅੱਜ ਅਸੀਂ ਆਪਣੀ +2 ਕਲਾਸ ਦੇ ਸੈਕਸ਼ਨ ਏ ਦੇ 10ਵੇਂ ਐਸੇ ਗਦਰੀ ਬਾਬਾਜ਼ ਇਨ ਕਾਲਾਪਾਨੀ ਜੇਲ, ਜਿਸ ਨੂੰ ਕਿ ਡਾਕਟਰ ਹਰੀਸ਼ ਕੇ ਪੁਰੀ ਨੇ ਲਿਖਿਆ ਹੋਇਆ ਹੈ। ਇਸ ਚੈਪਟਰ ਦੇ ਅਸੀਂ ਲੌਂਗ ਕੁਐਸਚਨ ਆਨਸਰਸ ਡਿਸਕਸ ਕਰਾਂਗੇ। ਸਟੂਡੈਂਟਸ, ਇਹ ਇਸ ਚੈਪਟਰ ਦੀ ਸੀਰੀਜ਼ ਦਾ ਸਾਡਾ ਚੌਥਾ ਵੀਡੀਓ ਹੋਏਗਾ। ਸਟੂਡੈਂਟਸ, ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਮੈਂ ਇਸ ਚੈਪਟਰ ਦੇ ਬਣਾਏ ਹੋਏ ਪਹਿਲੇ 2 ਵੀਡੀਓਜ਼ ਦੇ ਵਿੱਚ ਇਸ ਚੈਪਟਰ ਦੀ ਕੰਪਰੀਹੈਂਸਿਵ ਐਕਸਪਲੇਨੇਸ਼ਨ ਪੰਜਾਬੀ ਦੇ ਵਿੱਚ ਤੁਹਾਨੂੰ ਬਹੁਤ ਹੀ ਈਜ਼ੀ ਲੈਂਗੁਏਜ ਦੇ ਵਿੱਚ ਕਵਰ ਕਰਵਾਈ ਹੈ। ਐਕਸਪਲੇਨੇਸ਼ਨ ਕਰਾਉਂਦੇ ਹੋਏ ਇਸ ਚੈਪਟਰ ਦੇ ਐਂਡ ਦੇ ਵਿੱਚ ਜੋ ਤੁਹਾਡੀ ਗਲੋਸਰੀ ਦਿੱਤੀ ਹੁੰਦੀ ਹੈ ਉਸ ਨੂੰ ਵੀ ਮੈਂ ਨਾਲੋਂ ਨਾਲ ਤੁਹਾਨੂੰ ਐਕਸਪਲੇਨ ਕੀਤਾ ਹੈ। ਉਮੀਦ ਹੈ ਬੱਚਿਓ ਕਿ ਤੁਸੀਂ ਮੇਰੇ ਬਣਾਏ ਹੋਏ ਇਹਨਾਂ ਦੋਨਾਂ ਵੀਡੀਓਜ਼ ਨੂੰ ਜ਼ਰੂਰ ਦੇਖਿਆ ਹੋਵੇਗਾ, ਕਿਉਂਕਿ ਜੇਕਰ ਅੱਜ ਵਾਲੇ ਤੁਸੀਂ ਕੁਐਸਚਨ ਆਨਸਰਸ ਸਮਝਣੇ ਹਨ ਤਾਂ ਪਹਿਲਾਂ ਤੁਹਾਨੂੰ ਚੈਪਟਰ ਦਾ ਟੈਕਸਟ ਸਮਝ ਆਉਣਾ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ। ਕਈ ਵਾਰੀ ਬੱਚੇ ਚੈਪਟਰ ਦੇ ਟੈਕਸਟ ਨੂੰ ਸਮਝਣ ਦੀ ਕੋਸ਼ਿਸ਼ ਨਹੀਂ ਕਰਦੇ ਜਾਂ ਬਿਲਕੁਲ ਹੀ ਚੈਪਟਰ ਨਹੀਂ ਪੜ੍ਹਦੇ, ਫਿਰ ਉਹ ਕੁਐਸਚਨ ਆਨਸਰਸ 'ਤੇ ਰੱਟਾ ਲਗਾਉਣ ਦੀ ਕੋਸ਼ਿਸ਼ ਕਰਦੇ ਨੇ। ਬੱਚੇ ਉਹ ਰੱਟਾ ਲਗਾਉਣ ਦੀ ਪ੍ਰਵਿਰਤੀ ਵੱਲ ਨਾ ਜਾਓ। ਜੇਕਰ ਤੁਸੀਂ ਇੰਗਲਿਸ਼ ਦੇ ਕੁਐਸਚਨ ਆਨਸਰਸ ਨੂੰ ਈਜ਼ਲੀ ਯਾਦ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਮੇਰੇ ਦੁਆਰਾ ਬਣਾਏ ਹੋਏ ਇਹ ਦੋਨੇ ਵੀਡੀਓਜ਼ ਜ਼ਰੂਰ ਦੇਖ ਲਵੋ। ਇਹਨਾਂ ਦੋਨੇ ਵੀਡੀਓਜ਼ ਨੂੰ ਦੇਖਣ ਤੋਂ ਬਾਅਦ ਇਹਨਾਂ ਕੁਐਸਚਨਸ ਨੂੰ ਸਮਝਣਾ ਅਤੇ ਯਾਦ ਕਰਨਾ ਬਿਲਕੁਲ ਵੀ ਔਖਾ ਨਹੀਂ ਲੱਗੇਗਾ। ਤਾਂ ਮੈਂ ਤੁਹਾਨੂੰ ਸਕਰੀਨ ਦੇ ਟੌਪ ਰਾਈਟ ਕਾਰਨਰ ਦੇ ਉੱਪਰ ਇਹ ਵਾਲੀ ਵੀਡੀਓਜ਼ ਦੇ ਲਿੰਕ ਪ੍ਰੋਵਾਈਡ ਕਰ ਰਿਹਾ ਹਾਂ, ਜਿਸ ਉੱਤੇ ਜਾ ਕੇ ਤੁਸੀਂ ਇਸ ਚੈਪਟਰ ਦੇ ਬਣਾਏ ਹੋਏ ਕੰਪਰੀਹੈਂਸਿਵ ਐਕਸਪਲੇਨੇਸ਼ਨ ਵਾਲੀ ਵੀਡੀਓਜ਼ ਦੇਖ ਸਕਦੇ ਹੋ ਅਤੇ ਫਿਰ ਅੱਜ ਵਾਲਾ ਵੀਡੀਓ ਕੰਟੀਨਿਊ ਕਰ ਸਕਦੇ ਹੋ। ਸਟੂਡੈਂਟਸ, ਇਸੇ ਚੈਪਟਰ ਦੀ ਸੀਰੀਜ਼ ਦੇ ਤੀਸਰੇ ਵੀਡੀਓ ਦੇ ਵਿੱਚ ਮੈਂ ਤੁਹਾਡੇ ਇਸ ਚੈਪਟਰ ਦੇ ਐਂਡ ਦੇ ਵਿੱਚ ਦਿੱਤੇ ਹੋਏ ਪੇਜ ਨੰਬਰ 93 ਦੇ ਉੱਪਰ ਜੋ ਸ਼ਾਰਟ ਕੁਐਸਚਨ ਆਨਸਰਸ ਦਿੱਤੇ ਹੋਏ ਨੇ, ਜੋ ਟੋਟਲ ਗਿਣਤੀ ਦੇ ਵਿੱਚ 10 ਹਨ, ਤਾਂ ਉਹਨਾਂ ਦੇ ਆਨਸਰਸ ਬਹੁਤ ਹੀ ਈਜ਼ੀ ਸੈਂਟੈਂਸਿਸ ਦੇ ਵਿੱਚ ਬਣਾ ਕੇ ਮੈਂ ਤੁਹਾਡੇ ਨਾਲ ਸ਼ੇਅਰ ਕੀਤੇ ਸੀ, ਜਿਵੇਂ ਕਿ ਤੁਸੀਂ ਸਕਰੀਨ ਦੇ ਉੱਪਰ ਦੇਖ ਪਾ ਰਹੇ ਹੋ। ਮੈਨੂੰ ਉਮੀਦ ਹੈ ਬੱਚਿਓ ਕਿ ਤੁਸੀਂ ਇਹ ਵਾਲਾ ਵੀਡੀਓ ਵੀ ਜ਼ਰੂਰ ਦੇਖਿਆ ਹੋਵੇਗਾ, ਕਿਉਂਕਿ ਜੇਕਰ ਅੱਜ ਤੁਸੀਂ ਆਪਣਾ ਐਸੇ ਟਾਈਪ ਕੁਐਸਚਨ ਸਮਝਣਾ ਹੈ ਤਾਂ ਇਸ ਕੁਐਸਚਨ ਦੇ ਵਿੱਚ ਜੋ ਕਾਫੀ ਸਾਰੀਆਂ ਲਾਈਨਸ ਹੈ ਉਹ ਅਸੀਂ ਸ਼ਾਰਟ ਆਨਸਰ ਕੁਐਸਚਨਸ ਵਾਲੀਆਂ ਵੀ ਲਈਆਂ ਨੇ। ਜੇਕਰ ਤੁਸੀਂ ਇਹ ਸਾਰੀ ਵੀਡੀਓ ਚੰਗੀ ਤਰ੍ਹਾਂ ਸਮਝੀ ਹੋਈ ਹੈ ਬੱਚਿਓ, ਤਾਂ ਐਸੇ ਟਾਈਪ ਕੁਐਸਚਨ ਸਮਝਣਾ ਤੁਹਾਡੇ ਲਈ ਬਿਲਕੁਲ ਵੀ ਔਖਾ ਨਹੀਂ ਹੋਏਗਾ। ਜੇਕਰ ਕਿਸੇ ਕਾਰਨਵਸ਼ ਤੁਹਾਡਾ ਇਹ ਵੀਡੀਓ ਮਿਸ ਹੋਇਆ ਹੈ ਤਾਂ ਮੈਂ ਸਕਰੀਨ ਦੇ ਟੌਪ ਰਾਈਟ ਕਾਰਨਰ ਤੇ ਇਸ ਦਾ ਲਿੰਕ ਪ੍ਰੋਵਾਈਡ ਕਰ ਰਿਹਾ ਹਾਂ ਅਤੇ ਤੁਹਾਨੂੰ ਅਪੀਲ ਕਰਦਾ ਹਾਂ ਕਿ ਤੁਸੀਂ ਇਹ ਵਾਲਾ ਵੀਡੀਓ ਜ਼ਰੂਰ ਦੇਖੋ। ਸਟੂਡੈਂਟਸ, ਅੱਜ ਵਾਲੇ ਵੀਡੀਓ ਦੇ ਵਿੱਚ ਜੋ ਅਸੀਂ ਐਸੇ ਟਾਈਪ ਕੁਐਸਚਨ ਆਨਸਰਸ ਡਿਸਕਸ ਕਰਨੇ ਹਨ, ਉਹ ਅਸੀਂ ਉਹ ਵਾਲੇ ਕੁਐਸਚਨ ਆਨਸਰ ਡਿਸਕਸ ਕਰਨ ਜਾ ਰਹੇ ਹਾਂ ਜੋ ਕਿ ਤੁਹਾਡੀ ਬੁੱਕ ਦੇ ਪੇਜ ਨੰਬਰ 93 ਦੇ ਉੱਪਰ ਦਿੱਤੇ ਹੋਏ ਹਨ। ਜੇਕਰ ਤੁਸੀਂ ਇਸ ਦੀ ਸੈਕਿੰਡ ਐਕਸਰਸਾਈਜ਼ ਦੇਖੋ, ਜਿਸ ਦੇ ਵਿੱਚ ਲਿਖਿਆ ਹੋਇਆ ਹੈ ਕਿ ਆਨਸਰ ਦਾ ਫੋਲੋਇੰਗ ਕੁਐਸਚਨਸ ਇਨ 50 to 60 ਵਰਡਸ ਈਚ, ਤਾਂ ਉਸ ਐਕਸਰਸਾਈਜ਼ ਦੇ ਵਿੱਚ ਟੋਟਲ ਤੁਹਾਨੂੰ 4 ਵੱਡੇ ਕੁਐਸਚਨ ਦਿੱਤੇ ਹੋਏ ਨੇ, 2 ਪੇਜ ਨੰਬਰ 93 ਤੇ ਨੇ ਤੇ 2 ਪੇਜ ਨੰਬਰ 94 ਤੇ ਨੇ। ਤਾਂ ਅਸੀਂ ਇੱਕ ਵਾਰੀ ਪਹਿਲਾਂ ਇਹਨਾਂ ਚਾਰੇ ਕੁਐਸਚਨਸ ਵੱਲ ਨਜ਼ਰ ਮਾਰ ਲੈਂਦੇ ਹਾਂ। ਪਹਿਲਾ ਕੁਐਸਚਨ ਹੈ ਜੀ ਕਿ ਰਾਈਟ ਇਨ ਬਰੀਫ ਵਟ ਯੂ ਨੋ ਅਬਾਊਟ ਦਾ ਗਦਰ ਪਾਰਟੀ। ਤਾਂ ਇਸ ਕੁਐਸਚਨ ਦੇ ਵਿੱਚ ਅਸੀਂ ਇਹ ਦੱਸਣਾ ਹੈ ਕਿ ਗਦਰ ਪਾਰਟੀ ਬਾਰੇ ਅਸੀਂ ਕੀ ਜਾਣਦੇ ਹਾਂ। ਦੂਸਰਾ ਕੁਐਸਚਨ ਹੈ ਜੀ ਕਿ ਹਾਊ ਵਰ ਦਾ ਇੰਡੀਅਨਸ ਟ੍ਰੀਟਡ ਇਨ ਦਾ ਸੈਲੂਲਰ ਜੇਲ ਆਫ ਅੰਡੇਮਾਨਸ ਬਾਏ ਦਾ ਬ੍ਰਿਟਿਸ਼ ਆਫੀਸ਼ੀਅਲਸ। ਹਾਊ ਦਾ ਮਤਲਬ ਹੁੰਦਾ ਜੀ ਕਿਵੇਂ, ਕਿ ਕਿਸ ਤਰ੍ਹਾਂ ਜਿਹੜੇ ਸਾਡੇ ਭਾਰਤੀ ਲੋਕ ਸੀ ਉਹਨਾਂ ਨੂੰ ਟ੍ਰੀਟ ਕੀਤਾ ਜਾਂਦਾ ਸੀ, ਮਤਲਬ ਕਿ ਉਹਨਾਂ ਨਾਲ ਵਿਵਹਾਰ ਕੀਤਾ ਜਾਂਦਾ ਸੀ ਸੈਲੂਲਰ ਜੇਲ ਦੇ ਵਿੱਚ, ਜੋ ਕਿ ਅੰਡੇਮਾਨ ਦੇ ਵਿੱਚ ਹੈ। ਕਿਹਨਾਂ ਦੁਆਰਾ? ਬ੍ਰਿਟਿਸ਼ ਆਫੀਸ਼ੀਅਲ ਦੁਆਰਾ, ਮਤਲਬ ਕਿ ਬ੍ਰਿਟੇਨ ਦੇ ਜਿਹੜੇ ਅਧਿਕਾਰੀ ਸੀਗੇ, ਸਰਕਾਰੀ ਅਧਿਕਾਰੀ, ਉਹਨਾਂ ਵੱਲੋਂ ਭਾਰਤੀਆਂ ਨੂੰ ਕਿਸ ਤਰ੍ਹਾਂ ਟ੍ਰੀਟ ਕੀਤਾ ਜਾਂਦਾ ਸੀ, ਕਿਸ ਤਰ੍ਹਾਂ ਵਿਵਹਾਰ ਕੀਤਾ ਜਾਂਦਾ ਸੀ। ਇਹ ਸਾਡਾ ਦੂਜਾ ਕੁਐਸਚਨ ਹੈ। ਤੀਸਰਾ ਕੁਐਸਚਨ ਹੈ ਜੀ ਕਿ ਡਿਸਕਸ ਦਾ ਵੇਰੀਅਸ ਫਿਜ਼ੀਕਲ ਪ੍ਰੋਬਲਮਸ ਦੈਟ ਦਾ ਇੰਡੀਅਨ ਫਰੀडम ਫਾਈਟਰਸ ਹੈਡ ਟੂ ਫੇਸ ਇਨ ਦਾ ਸੈਲੂਲਰ ਜੇਲ। ਕਿ ਸਾਨੇ ਉਹਨਾਂ ਸਾਰੀਆਂ ਅਲੱਗ-ਅਲੱਗ ਫਿਜ਼ੀਕਲ ਪ੍ਰੋਬਲਮਸ, ਉਹਨਾਂ ਸਾਰੀਆਂ ਮੁਸ਼ਕਲਾਂ ਦੇ ਬਾਰੇ ਦੱਸਣਾ ਹੈ, ਡਿਸਕਸ ਕਰਨਾ ਹੈ, ਜੋ ਕਿ ਭਾਰਤੀ ਸੁਤੰਤਰਤਾ ਸੈਨਾਨੀਆਂ ਨੇ ਫੇਸ ਕੀਤੀਆਂ, ਜਿਨ੍ਹਾਂ ਦਾ ਉਹਨਾਂ ਨੇ ਸਾਹਮਣਾ ਕੀਤਾ ਕਿੱਥੇ? ਸੈਲੂਲਰ ਜੇਲ ਦੇ ਵਿੱਚ। ਫੋਰਥ ਕੁਐਸਚਨ ਹੈ ਜੀ ਕਿ ਵਟ ਵਾਜ਼ ਡੇਵਿਡ ਬੈਰੀਜ਼ ਐਡਰੈਸ ਟੂ ਦਾ ਨਿਊ ਗਰੁੱਪ ਆਫ ਪੋਲੀਟੀਕਲ ਪ੍ਰਿਜ਼ਨਰਸ। ਤਾਂ ਚੈਪਟਰ ਦੇ ਵਿੱਚ ਡੇਵਿਡ ਬੈਰੀ ਦਾ ਜ਼ਿਕਰ ਆਇਆ ਹੈ ਜੀ, ਜੋ ਉਸ ਸਮੇਂ ਜੇਲਰ ਸੀਗਾ ਸੈਲੂਲਰ ਜੇਲ ਦਾ। ਤਾਂ ਉਹ ਜਿਹੜੇ ਨਵੇਂ ਪੋਲੀਟੀਕਲ ਪ੍ਰਿਜ਼ਨਰਸ ਆਉਂਦੇ ਸੀ, ਰਾਜਨੀਤਿਕ ਕੈਦੀ ਆਉਂਦੇ ਸੀ ਉਸ ਜੇਲ੍ਹ ਦੇ ਵਿੱਚ, ਉਹਨਾਂ ਦੇ ਨਵੇਂ ਗਰੁੱਪ ਨੂੰ ਉਹ ਕਿਵੇਂ ਐਡਰੈਸ ਕਰਦਾ ਸੀ, ਮਤਲਬ ਕਿ ਕਿਵੇਂ ਸੰਬੋਧਿਤ ਕਰਦਾ ਸੀ। ਜਦੋਂ ਉਹਨਾਂ ਦਾ ਪਹਿਲਾ ਦਿਨ ਹੁੰਦਾ ਸੀ ਜੇਲ੍ਹ ਦੇ ਵਿੱਚ ਤਾਂ ਡੇਵਿਡ ਬੈਰੀ ਉਹਨਾਂ ਨੂੰ ਕੀ ਕੁਝ ਕਹਿ ਕੇ ਸੰਬੋਧਿਤ ਕਰਦਾ ਸੀ। ਤਾਂ ਬੱਚਿਓ, ਇਹ 4 ਕੁਐਸਚਨਸ ਨੇ ਜੋ ਆਪਾਂ ਅੱਜ ਵਾਲੇ ਆਨਸਰ ਦੇ ਵਿੱਚ ਡਿਸਕਸ ਕਰਨੇ ਨੇ। ਮੈਂ ਇੱਕ
ਕੰਪਰੀਹੈਂਸਿਵ ਆਨਸਰ ਤਿਆਰ ਕੀਤਾ ਹੈ ਥੀਮ ਆਫ ਦਾ ਚੈਪਟਰ ਦੇ ਆਨਸਰ ਦੇ ਵਿੱਚ। ਤਾਂ ਉਸ ਆਨਸਰ ਦੇ ਵਿੱਚ ਇਹ ਚਾਰੇ ਬੱਚਿਓ ਜੋ ਕੁਐਸਚਨ ਨੇ ਉਹਨਾਂ ਦੇ ਆਨਸਰਸ ਇਨਕਲੂਡ ਨੇ। ਤਾਂ ਜੇਕਰ ਐਗਜ਼ਾਮੀਨੇਸ਼ਨ ਪੁਆਇੰਟ ਆਫ ਵਿਊ ਦੇ ਨਾਲ ਇਹਨਾਂ 'ਚੋਂ ਕੋਈ ਵੀ ਕੁਐਸਚਨ ਆਉਂਦਾ ਹੈ ਤਾਂ ਤੁਸੀਂ ਉਸ ਆਨਸਰ ਦੇ ਵਿੱਚੋਂ ਲਿਖ ਸਕਦੇ ਹੋ। ਸਟੂਡੈਂਟਸ, ਐਸੇ ਟਾਈਪ ਕੁਐਸਚਨ ਨੂੰ ਡਿਸਕਸ ਕਰਨ ਤੋਂ ਪਹਿਲਾਂ ਇਹ ਜ਼ਰੂਰੀ ਹੈ ਇਸ ਦੇ ਵਿੱਚ ਜੋ ਅਸੀਂ ਲਾਈਨਸ ਲਿਖਣੀਆਂ ਨੇ ਉਹਨਾਂ ਦੇ ਸਾਨੂੰ ਕੁਝ ਪੁਆਇੰਟਸ ਮਿਲ ਜਾਣ। ਤਾਂ ਇਹ ਪੁਆਇੰਟ ਸਾਨੂੰ ਮਾਈਂਡ ਮੈਪ ਦੀ ਸ਼ੇਪ ਦੇ ਵਿੱਚ ਬਹੁਤ ਵਧੀਆ ਮਿਲਦੇ ਨੇ। ਤਾਂ ਅਸੀਂ ਪਹਿਲਾਂ ਮਾਈਂਡ ਮੈਪ ਹੀ ਇਸ ਦਾ ਡਿਸਕਸ ਕਰ ਲੈਂਦੇ ਹਾਂ। ਸੈਲੂਲਰ ਜੇਲ ਅਸੀਂ ਸੈਂਟਰ 'ਚ ਲਿਖਦੇ ਹਾਂ ਬਿਕੋਜ਼ ਇਸੇ ਦੇ ਆਲੇ ਦੁਆਲੇ ਸਾਰਾ ਚੈਪਟਰ ਘੁੰਮਦਾ ਹੈ। ਤਾਂ ਇਟ ਵਾਸ ਸੈਟ ਅਪ ਇਨ ਪੋਰਟ ਬਲੇਅਰ। ਤਾਂ ਸਾਨੂੰ ਪਤਾ ਹੈ ਬੱਚਿਓ ਚੈਪਟਰ ਦੇ ਵਿੱਚ ਅਸੀਂ ਪੜ੍ਹਿਆ ਹੈ ਕਿ ਇਸ ਨੂੰ ਅੰਡੇਮਾਨ ਨਿਕੋਬਾਰ ਦੀਪ ਸਮੂਹ ਦੀ ਜਿਹੜੀ ਰਾਜਧਾਨੀ ਹੈ ਪੋਰਟ ਬਲੇਅਰ ਉਸ ਦੇ ਵਿੱਚ ਇਸ ਨੂੰ ਸੈੱਟ ਕੀਤਾ ਗਿਆ ਸੀ। ਬੇਸਿਕਲੀ ਇਹ ਅੰਡੇਮਾਨ ਵਾਲੇ ਦੀਪ ਸਮੂਹ ਦੇ ਵਿੱਚ ਹੈ। ਓਪਨਡ ਇਨ 1906 ਨੈਰੋ ਸੈਲਸ। ਵੈਸੇ ਤਾਂ ਇਹ ਜਿਹੜੀ ਸੈਲੂਲਰ ਜੇਲ ਹੈ ਜਿਵੇਂ ਕਿ ਅਸੀਂ ਬੇਟਾ ਚੈਪਟਰ ਦੇ ਵਿੱਚ ਪੜ੍ਹਿਆ ਹੈ ਇਹ 1857 ਈਸਵੀ ਤੋਂ ਹੀ ਮੌਜੂਦ ਸੀ। ਇਸ ਦੇ ਵਿੱਚ ਉਹਨਾਂ ਸਾਰੇ ਸੁਤੰਤਰਤਾ ਸੈਨਾਨੀਆਂ ਨੂੰ ਪਕੜ ਕੇ ਰੱਖਿਆ ਗਿਆ ਸੀ ਜਿਨ੍ਹਾਂ ਨੇ 1857 ਦੇ ਵਿਦਰੋਹ ਦੇ ਵਿੱਚ ਭਾਗ ਲਿਆ ਸੀ। ਪਰੰਤੂ ਬਾਅਦ ਵਿੱਚ ਇਸ ਦੇ ਵਿੱਚ ਹੋਰ ਚੇਂਜਿਸ ਕੀਤੀਆਂ ਗਈਆਂ ਤੇ ਇਸ ਦਾ ਇੱਕ ਨਵਾਂ ਰੂਪ 1906 ਦੇ ਵਿੱਚ ਤਿਆਰ ਕੀਤਾ ਗਿਆ ਜਿਸ ਦੇ ਵਿੱਚ ਕਿ ਰਾਜਨੀਤੀ ਕੈਦੀਆਂ ਨੂੰ ਰੱਖਿਆ ਗਿਆ ਤੇ ਇਸ ਦੇ ਵਿੱਚ ਨੈਰੋ ਸੈੱਲ ਸੀਗੇ। ਤਾਂ ਬੱਚਿਓ ਅਸੀਂ ਚੈਪਟਰ 'ਚ ਪੜ੍ਹਿਆ ਹੈ ਕਿ ਇਸ ਦੇ ਵਿੱਚ 690 ਦੇ ਕਰੀਬ ਛੋਟੇ ਛੋਟੇ ਸੈੱਲ ਸੀ ਜਿਨ੍ਹਾਂ ਦਾ ਆਕਾਰ 13 ਫੀਟ ਬਾਏ 7 ਫੀਟ ਸੀ। ਤਾਂ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਇੰਨੇ ਛੋਟੇ ਜਿਹੇ ਸੈੱਲਾਂ ਦੇ ਵਿੱਚ ਇਹਨਾਂ ਰਾਜਨੀਤੀ ਕੈਦੀਆਂ ਨੂੰ ਰੱਖਿਆ ਜਾਂਦਾ ਸੀ, ਸੁਤੰਤਰਤਾ ਸੰਗਰਾਮੀਆਂ ਨੂੰ ਰੱਖਿਆ ਜਾਂਦਾ ਸੀ। ਪੋਪੂਲਰ ਨੋਨ ਐਜ਼ ਕਾਲਾਪਾਨੀ ਜੇਲ, ਆਲਸੋ ਕਾਲਡ ਐਜ਼ ਡੈਵਿਲਸ ਆਈਲੈਂਡ। ਚੈਪਟਰ ਦੇ ਸ਼ੁਰੂ 'ਚ ਹੀ ਅਸੀਂ ਬੱਚਿਓ ਪੜ੍ਹਿਆ ਕਿ ਇਸ ਨੂੰ ਕਾਲਾਪਾਨੀ ਜੇਲ੍ਹ ਦੇ ਨਾਲ ਜਾਣਿਆ ਜਾਂਦਾ ਹੈ ਅਤੇ ਇਸ ਨੂੰ ਡੈਵਿਲਸ ਆਈਲੈਂਡ ਵੀ ਕਿਹਾ ਜਾਂਦਾ ਹੈ। ਨਾ ਡੈਵਿਲਸ ਆਈਲੈਂਡ ਦਾ ਮਤਲਬ ਮੈਂ ਤੁਹਾਨੂੰ ਦੱਸਿਆ ਸੀ ਕਿ ਡੈਵਿਲ ਦਾ ਮਤਲਬ ਹੁੰਦਾ ਹੈ ਸ਼ੈਤਾਨ ਅਤੇ ਆਈਲੈਂਡ ਟਾਪੂ ਨੂੰ ਕਿਹਾ ਜਾਂਦਾ ਹੈ। ਤਾਂ ਸ਼ੈਤਾਨਾਂ ਦਾ ਟਾਪੂ ਇਹ ਕਹਿ ਕੇ ਇਸ ਜੇਲ੍ਹ ਦਾ ਨਾਮ ਰੱਖਿਆ ਗਿਆ ਸੀ। ਜੇਲਰ ਡੇਵਿਡ ਬੈਰੀ ਐਂਡ ਸੁਪਰਿਟੈਂਡੈਂਟ ਮਰੇ। ਤਾਂ ਇਸ ਚੈਪਟਰ ਦੇ ਵਿੱਚ ਬੱਚਿਓ ਦੋ ਨਾਵਾਂ ਦਾ ਜ਼ਿਕਰ ਆਇਆ ਹੈ ਜੋ ਕਿ ਬ੍ਰਿਟਿਸ਼ ਆਫੀਸ਼ੀਅਲ ਸੀ ਜੋ ਕਿ ਬਹੁਤ ਜ਼ਿਆਦਾ ਤੰਗ ਕਰਦੇ ਸੀਗੇ ਸਾਡੇ ਸੁਤੰਤਰਤਾ ਸੰਗਰਾਮੀਆਂ ਨੂੰ। ਉਹ ਸੀਗਾ ਜੀ ਜੇਲਰ ਡੇਵਿਡ ਬੈਰੀ ਅਤੇ ਸੁਪਰਿਟੈਂਡੈਂਟ ਮਰੇ। ਹਾਲਾਂਕਿ ਇੱਕ ਹੋਰ ਪਰਸਨ ਵੀ ਸੀ ਕਮਿਸ਼ਨਰ, ਲੇਕਿਨ ਉਸਦਾ ਨਾਮ ਇਸ ਚੈਪਟਰ ਦੇ ਵਿੱਚ ਨਹੀਂ ਦੱਸਿਆ ਗਿਆ। ਤਾਂ ਅਸੀਂ ਦੋ ਨਾਮ ਇਹ ਜ਼ਰੂਰ ਯਾਦ ਰੱਖਣੇ ਨੇ, ਇੱਕ ਤਾਂ ਜੇਲਰ ਡੇਵਿਡ ਬੈਰੀ ਅਤੇ ਸੁਪਰਿਟੈਂਡੈਂਟ ਮਰੇ। ਸਾਨੂੰ ਇਹ ਵੀ ਪਤਾ ਬੱਚਿਓ ਕਿ ਚੈਪਟਰ ਦੇ ਵਿੱਚ ਇਹਨਾਂ ਨੂੰ ਕਿਹੜੇ ਨਾਵਾਂ ਨਾਲ ਬੁਲਾਇਆ ਗਿਆ। ਇਹਨਾਂ ਨੂੰ ਬੁਚਰਸ ਕਿਹਾ ਗਿਆ ਜਿਸ ਦਾ ਪੰਜਾਬੀ 'ਚ ਨਾਮ ਹੁੰਦਾ ਹੈ ਕਸਾਈ, ਅਤੇ ਇਹਨਾਂ ਨੂੰ ਪ੍ਰੋਜਨੀ ਆਫ ਦਾ ਸੈਟਨ ਵੀ ਕਿਹਾ ਗਿਆ। ਨਾ ਪ੍ਰੋਜਨੀ ਆਫ ਦਾ ਸੈਟਨ ਦਾ ਮਤਲਬ ਹੈ ਸ਼ੈਤਾਨ ਦੀ ਔਲਾਦ। ਤਾਂ ਇਸ ਦੇ ਬਾਰੇ ਅਸੀਂ ਚੈਪਟਰ ਦੇ ਵਿੱਚ ਬੱਚਿਓ ਬਹੁਤ ਹੀ ਡਿਟੇਲ ਦੇ ਵਿੱਚ ਪੜ੍ਹਿਆ। ਪੀਨਲ ਕਲੋਨੀ ਕ੍ਰੀਏਟਿਡ ਟੂ ਆਈਸੋਲੇਟ ਐਂਡ ਟੌਰਚਰ ਪ੍ਰਿਜ਼ਨਰਸ। ਹੁਣ ਇਹ ਜੇਲ੍ਹ ਕਿਉਂ ਬਣਾਈ ਗਈ? ਇਹ ਜੇਲ੍ਹ ਇਸ ਲਈ ਬਣਾਈ ਗਈ ਤਾਂ ਕਿ ਜਿਹੜੇ ਕੈਦੀ ਸੀ, ਖਾਸ ਤੌਰ 'ਤੇ ਸਾਡੇ ਭਾਰਤੀ ਸੁਤੰਤਰਤਾ ਸੰਗਰਾਮੀ ਸੀ, ਉਹਨਾਂ ਨੂੰ ਟੌਰਚਰ ਕੀਤਾ ਜਾਵੇ, ਮਤਲਬ ਕਿ ਤਸੀਹੇ ਦਿੱਤੇ ਜਾਣ ਅਤੇ ਉਹਨਾਂ ਨੂੰ ਆਈਸੋਲੇਟ ਕੀਤਾ ਜਾਵੇ। ਆਈਸੋਲੇਟ ਦਾ ਮਤਲਬ ਹੈ ਕਿ ਉਹਨਾਂ ਨੂੰ ਬਾਕੀ ਪਬਲਿਕ ਨਾਲੋਂ ਵੱਖ ਕਰਕੇ ਰੱਖਿਆ ਜਾਵੇ। ਇਹ ਇੱਕ ਤਰ੍ਹਾਂ ਦੀ ਕੈਦੀਆਂ ਦੀ ਕਲੋਨੀ ਬਣਾਈ ਗਈ ਸੀ ਜਿਸ ਨੂੰ ਕਿ ਅਸੀਂ ਪੀਨਲ ਕਲੋਨੀ ਕਹਿੰਦੇ ਹਾਂ। ਬੈਡ ਵੈਦਰ, ਡਿੰਜੀ ਸੈਲਸ, ਏਰੀਆ ਇਨਫੈਸਟਡ ਵਿਦ ਮੋਸਕੀਟੋਜ਼ ਐਂਡ ਲੀਚਿਸ। ਤਾਂ ਅਸੀਂ ਬੱਚਿਓ ਚੈਪਟਰ ਦੇ ਵਿੱਚ ਪੜ੍ਹਿਆ ਕਿ ਬਹੁਤ ਹੀ ਹਾਈਲੀ ਇਨਕਲੀਮੈਂਟ ਵੈਦਰ ਸੀਗਾ। ਇਨਕਲੀਮੈਂਟ ਵੈਦਰ ਦਾ ਮਤਲਬ ਹੁੰਦਾ ਹੈ ਕਿ ਜਿੱਥੇ ਮੌਸਮ ਬਹੁਤ ਹੀ ਜ਼ਿਆਦਾ ਠੰਡਾ ਜਿਹਾ ਹੋਵੇ ਅਤੇ ਬਹੁਤ ਹੀ ਜ਼ਿਆਦਾ ਨਮੀ ਭਰਿਆ ਹੋਵੇ। ਤਾਂ ਇਸ ਤਰ੍ਹਾਂ ਦੇ ਮੌਸਮ ਦੇ ਵਿੱਚ ਬੱਚਿਓ ਬਹੁਤ ਜ਼ਿਆਦਾ ਮਾਤਰਾ ਦੇ ਵਿੱਚ ਮੋਸਕੀਟੋਜ਼ ਪੈਦਾ ਹੋ ਜਾਂਦੇ ਨੇ, ਮੱਛਰ ਪੈਦਾ ਹੋ ਜਾਂਦੇ ਨੇ ਅਤੇ ਈਵਨ ਕਿ ਜੋਂਕਾਂ ਵੀ ਪੈਦਾ ਹੋ ਜਾਂਦੀਆਂ ਨੇ ਜੋ ਸਰੀਰ ਨਾਲ ਚਿੰਬੜ ਕੇ ਸਰੀਰ ਦਾ ਖੂਨ ਵੀ ਚੂਸਦੀਆਂ ਨੇ। ਇਸ ਤਰ੍ਹਾਂ ਦੇ ਜੀਵਾਂ ਨਾਲ ਇਹ ਵਾਤਾਵਰਨ ਭਰਿਆ ਹੋਇਆ ਸੀ। ਡਿੰਜੀ ਸੈੱਲ, ਜਿਹੜੇ ਸੈੱਲਸ ਦੀ ਅਸੀਂ ਜ਼ਿਕਰ ਕੀਤਾ ਜਿਨ੍ਹਾਂ ਨੂੰ ਕਾਲ ਕੋਠਰੀਆਂ ਕਿਹਾ ਜਾਂਦਾ ਸੀ, ਉਹ ਵੀ ਬਹੁਤ ਗੰਦਗੀ ਨਾਲ ਭਰੇ ਹੋਏ ਸੀ। ਇਸ ਤਰ੍ਹਾਂ ਦੇ ਵਾਤਾਵਰਨ ਦੇ ਵਿੱਚ ਸਾਡੇ ਸੁਤੰਤਰਤਾ ਸੰਗਰਾਮੀਆਂ ਨੂੰ ਇਸ ਜੇਲ੍ਹ ਦੇ ਵਿੱਚ ਰੱਖਿਆ ਜਾਂਦਾ ਸੀ। ਲਾਲਾ ਹਰਦਿਆਲ, ਵੀਜੀ ਪਿੰਗਲੇ, ਸੰਤ ਬਾਬਾ ਵਿਸਾਖਾ ਸਿੰਘ, ਸੋਹਣ ਸਿੰਘ ਪਕਨਾ, ਕਰਤਾਰ ਸਿੰਘ ਸਰਾਭਾ। ਤਾਂ ਬੱਚਿਓ ਇਹ ਉਹ ਸਾਰੇ ਕੈਦੀ ਨੇ, ਉਹ ਸਾਰੇ ਸੁਤੰਤਰਤਾ ਘੁਲਾਟੀਏ ਨੇ ਜਿਨ੍ਹਾਂ ਨੂੰ ਸੈਲੂਲਰ ਜੇਲ੍ਹ ਦੇ ਵਿੱਚ ਰੱਖਿਆ ਗਿਆ ਸੀ। ਪੂਅਰ ਕੁਆਲਿਟੀ ਫੂਡ ਟੂ ਪ੍ਰਿਜ਼ਨਰਸ। ਪ੍ਰਿਜ਼ਨਰਸ ਦੀ ਹਾਲਤ ਹੋਰ ਵੀ ਮਾੜੀ ਸੀ ਕਿਉਂਕਿ ਉਹਨਾਂ ਨੂੰ ਬਹੁਤ ਹੀ ਘਟੀਆ ਕਿਸਮ ਦਾ ਖਾਣਾ ਦਿੱਤਾ ਜਾਂਦਾ ਸੀ। ਉਹ ਖਾਣਾ ਵੀ ਐਡਿਕੁਏਟ ਨਹੀਂ ਸੀ ਹੁੰਦਾ, ਮਤਲਬ ਕਿ ਪੂਰੀ ਮਾਤਰਾ ਵਿੱਚ ਨਹੀਂ ਸੀ ਹੁੰਦਾ। ਇੱਕ ਤਾਂ ਘੱਟ ਖਾਣਾ ਅਤੇ ਦੂਸਰਾ ਘਟੀਆ ਖਾਣਾ। had to extract 30 pounds of coconut oil from ਕੋਹਲੂ and produce coconut thread। ਤਾਂ ਕੈਦੀਆਂ ਤੋਂ ਬਹੁਤ ਹੀ ਜ਼ਿਆਦਾ ਔਖੇ ਕੰਮ ਕਰਾਏ ਜਾਂਦੇ ਸੀ। ਉਹਨਾਂ ਦੇ ਵਿੱਚੋਂ ਇੱਕ ਕੰਮ ਸੀ ਕਿ ਉਹਨਾਂ ਤੋਂ ਕੋਹਲੂ ਦੇ ਬੈਲ ਵਾਂਗੂ ਕੰਮ ਲਿਆ ਜਾਂਦਾ ਸੀ ਤੇ ਉਹਨਾਂ ਨੂੰ ਕੀ ਕਰਨਾ ਪੈਂਦਾ ਸੀ, ਕੋਕੋਨਟ ਆਇਲ ਦੇ 30 ਪਾਊਂਡ ਰੋਜ਼ ਐਕਸਟ੍ਰੈਕਟ ਕਰਨੇ ਪੈਂਦੇ ਸੀ, ਮਤਲਬ ਕਿ ਕੋਕੋਨਟ ਤੋਂ
30 ਪਾਉਂਡ ਦਾ ਤੇਲ ਕੱਢਣਾ ਪੈਂਦਾ ਸੀ ਅਤੇ ਨਾਲ ਹੀ ਕੋਕੋਨਟ ਦੇ ਥ੍ਰੈਡ ਵੀ ਉਹਨਾਂ ਤੋਂ ਬਣਵਾਏ ਜਾਂਦੇ ਸੀ। ਕੋਕੋਨਟ ਦੇ ਛਿੱਲੜ ਤੋਂ ਥ੍ਰੈਡ ਵੀ ਬਣਾਏ ਜਾਂਦੇ ਸੀ। ਤਾਂ ਇਹ ਕੰਮ ਕੈਦੀਆਂ ਤੋਂ ਕਰਵਾਇਆ ਜਾਂਦਾ ਸੀ। ਇਸ ਸੰਬੰਧੀ ਮੈਂ ਤੁਹਾਨੂੰ ਚੈਪਟਰ ਸਮਝਾਉਂਦੇ ਹੋਏ ਪਿਕ ਵੀ ਦਿਖਾਈ ਸੀ। ਪ੍ਰਿਜ਼ਨਰਸ ਵਰ ਅਬਿਊਜ਼ਡ ਐਂਡ ਗਿਵਨ 30 whiplashes ਇਨ ਪਬਲਿਕ। ਅਤੇ ਜੇਕਰ ਕੋਈ ਕੈਦੀ ਆਪਣੇ ਹਿੱਸੇ ਦਾ ਤੇਲ ਨਹੀਂ ਸੀ ਕੱਢ ਪਾਉਂਦਾ, ਮਤਲਬ ਕਿ ਕੋਕੋਨਟ ਆਇਲ ਤੋਂ 30 ਪਾਉਂਡ ਨਹੀਂ ਸੀ ਕੱਢ ਪਾਉਂਦਾ, ਤਾਂ ਫਿਰ ਉਸ ਦਿਨ ਉਸ ਨੂੰ 30 whip ਲਗਾਏ ਜਾਂਦੇ ਸੀ, 30 ਬੈਂਤ ਲਗਾਏ ਜਾਂਦੇ ਸੀ ਅਤੇ ਉਹ ਵੀ ਪਬਲਿਕਲੀ ਲਗਾਏ ਜਾਂਦੇ ਸੀ। ਮਤਲਬ ਕਿ ਉਹਨੂੰ ਇੱਕ ਤਰ੍ਹਾਂ ਨਾਲ ਜ਼ਲੀਲ ਕੀਤਾ ਜਾਂਦਾ ਸੀਗਾ। ਪੂਰਾ ਤਮਾਸ਼ਾ ਬਣਾ ਕੇ ਉਸ ਨੂੰ ਪੇਸ਼ ਕੀਤਾ ਜਾਂਦਾ ਸੀ ਅਤੇ ਫਿਰ ਉਸ ਦੇ ਬੈਂਤ ਲਗਾਏ ਜਾਂਦੇ ਸੀ। ਤਾਂ ਬੱਚਿਓ, ਇਸ ਤਰੀਕੇ ਦੇ ਨਾਲ ਸਾਡੇ ਕੋਲੇ ਕਾਫੀ ਸਾਰੇ ਪੁਆਇੰਟਸ ਨੇ ਜੋ ਕਿ ਅਸੀਂ ਆਪਣੇ ਲੌਂਗ ਆਨਸਰ ਟਾਈਪ ਵਾਲੇ ਕੁਐਸਚਨ ਦੇ ਕੰਪਰੀਹੈਂਸਿਵ ਆਨਸਰ ਦੇ ਵਿੱਚ ਡਿਸਕਸ ਕਰਾਂਗੇ। ਸਟੂਡੈਂਟਸ, ਮੈਂ +1 ਅਤੇ +2 ਕਲਾਸਿਸ ਦੇ ਜਨਰਲ ਇੰਗਲਿਸ਼ ਅਤੇ ਇਲੈਕਟਿਵ ਇੰਗਲਿਸ਼ ਦੇ ਬਹੁਤ ਸਾਰੇ ਵੀਡੀਓਜ਼ ਬਣਾਏ ਹੋਏ ਹਨ। ਇਹਨਾਂ ਵੀਡੀਓਜ਼ ਨੂੰ ਦੇਖਣ ਦੇ ਲਈ ਤੁਸੀਂ YouTube ਦੀ ਸਰਚ ਬਾਰ 'ਤੇ ਜਾ ਕੇ ਦੀਪਕ ਸੂਦ ਲਵ ਲਰਨਿੰਗ ਟੂ ਲੀਡ ਟਾਈਪ ਕਰੋ। ਰਿਜ਼ਲਟ ਵਿੱਚ ਆਈ ਪਹਿਲੀ ਸਾਈਟ ਦੇ ਦੀਪਕ ਸੂਦ ਦੇ ਜਾ ਕੇ ਕਲਿੱਕ ਕਰੋ। ਤਾਂ ਇਸ ਤਰ੍ਹਾਂ ਤੁਸੀਂ ਚੈਨਲ 'ਤੇ ਪਹੁੰਚ ਜਾਵੋਗੇ, ਜਿੱਥੇ ਤੁਸੀਂ ਵੀਡੀਓਜ਼ ਦਾ ਇੱਕ ਸੈਕਸ਼ਨ ਦੇਖੋਗੇ। ਵੀਡੀਓਜ਼ 'ਤੇ ਕਲਿੱਕ ਕਰੋ, ਤੁਹਾਨੂੰ ਮੇਰੀਆਂ ਬਣਾਈਆਂ ਹੋਈਆਂ ਸਾਰੀਆਂ ਵੀਡੀਓਜ਼ ਤੁਹਾਨੂੰ ਮਿਲ ਜਾਣਗੀਆਂ। ਇਸ ਦੇ ਵਿੱਚ +1 +2 ਦੀਆਂ ਸਾਰੀਆਂ ਕਲਾਸਿਸ ਦੀਆਂ ਜੋ ਮੈਂ ਵੀਡੀਓਜ਼ ਬਣਾਈਆਂ ਹਨ ਉਹ ਸ਼ਾਮਿਲ ਹਨ। ਪਲੇਲਿਸਟ ਵਾਲੇ ਸੈਕਸ਼ਨ 'ਤੇ ਜਾ ਕੇ ਤੁਸੀਂ ਸਾਰੀਆਂ ਪਲੇਲਿਸਟ ਪ੍ਰਾਪਤ ਕਰ ਪਾਓਗੇ, ਜਿਵੇਂ ਕਿ ਕਲਾਸ 12 ਦੀ ਪਲੇਲਿਸਟ ਚੌਥੇ ਨੰਬਰ 'ਤੇ ਹੈ। ਇਸ 'ਤੇ ਤੁਸੀਂ ਜਾ ਕੇ ਜਦੋਂ ਵਿਊ ਫੁੱਲ ਪਲੇਲਿਸਟ ਕਰੋਗੇ ਤਾਂ ਤੁਹਾਨੂੰ ਕਲਾਸ 12 ਦੀਆਂ ਸਾਰੀਆਂ ਵੀਡੀਓਜ਼ ਮਿਲ ਜਾਣਗੀਆਂ। ਇਸੇ ਤਰ੍ਹਾਂ ਤੁਸੀਂ ਬਾਕੀ ਕਲਾਸ 11 ਉਹਨਾਂ ਦੀ ਪਲੇਲਿਸਟ 'ਤੇ ਜਾ ਕੇ ਸਾਰੀਆਂ ਵੀਡੀਓਜ਼ ਪ੍ਰਾਪਤ ਕਰ ਸਕਦੇ ਹੋ। ਅਤੇ ਇਸੇ ਤਰ੍ਹਾਂ ਮੈਂ ਕਲਾਸ 11 ਅਤੇ ਕਲਾਸ 12 ਦੀਆਂ ਗ੍ਰਾਮਰ ਦੀਆਂ ਵੀਡੀਓ ਲਿਸਟ ਬਣਾਈ ਹੋਈ ਹੈ, ਤਾਂ ਉਹ ਸਾਰੀਆਂ ਵੀਡੀਓਜ਼ ਤੁਹਾਨੂੰ ਪ੍ਰਾਪਤ ਹੋ ਜਾਣਗੀਆਂ। ਅਤੇ ਇੱਕ ਪਲੇਲਿਸਟ ਇੰਗਲਿਸ਼ ਇਲੈਕਟਿਵ ਕਲਾਸ 11 ਦੀ ਵੀ ਹੈ ਅਤੇ ਉਸ ਦੇ ਵਿੱਚ ਤੁਹਾਨੂੰ ਸਾਰੀਆਂ ਕਲਾਸ 11 ਦੀਆਂ ਪਲੇਲਿਸਟ ਪ੍ਰਾਪਤ ਹੋ ਜਾਣਗੀਆਂ। ਤਾਂ ਮੈਂ ਤੁਹਾਨੂੰ ਸਾਰਿਆਂ ਨੂੰ ਅਪੀਲ ਕਰਦਾ ਹਾਂ ਕਿ ਇੱਕ ਵਾਰ ਤੁਸੀਂ ਦੀਪਕ ਸੂਦ ਲਵ ਲਰਨਿੰਗ ਟੂ ਲੀਡ ਚੈਨਲ 'ਤੇ ਜ਼ਰੂਰ ਵਿਜ਼ਿਟ ਕਰੋ। ਮਾਈਂਡ ਮੈਪ ਡਿਸਕਸ ਕਰਨ ਤੋਂ ਬਾਅਦ ਬੱਚਿਓ, ਅਸੀਂ ਇਸ ਦੇ ਮੇਨ ਕੁਐਸਚਨ 'ਤੇ ਆਉਂਦੇ ਹਾਂ। ਅਸੀਂ ਕੁਐਸਚਨ ਲਿਖਿਆ ਕਿ ਰਾਈਟ ਦਾ ਥੀਮ ਆਫ ਦਾ ਚੈਪਟਰ ਗਦਰੀ ਬਾਬਾਜ਼ ਇਨ ਕਾਲਾਪਾਨੀ ਜੇਲ੍ਹ। ਤਾਂ ਬੇਸਿਕਲੀ ਜਿਹੜਾ ਮੈਂ ਬੱਚਿਓ ਇੱਕ ਕੰਪਰੀਹੈਂਸਿਵ ਵੱਡਾ ਆਨਸਰ ਤਿਆਰ ਕੀਤਾ ਹੈ, ਉਸ ਨੂੰ ਮੈਂ ਥੀਮ ਦਾ ਨਾਮ ਦਿੱਤਾ। ਹਾਲਾਂਕਿ ਉਸ ਦੇ ਵਿੱਚ ਮੈਂ ਉਹ ਚਾਰੇ ਕੁਐਸਚਨਸ ਡਿਸਕਸ ਕੀਤੇ ਨੇ ਜੋ ਕਿ ਸਾਡੇ ਚੈਪਟਰ ਦੇ ਐਂਡ ਦੇ ਵਿੱਚ ਆਏ ਨੇ ਅਤੇ ਮੈਂ ਪਹਿਲਾਂ ਤੁਹਾਡੇ ਨਾਲ ਡਿਸਕਸ ਵੀ ਕੀਤੇ ਨੇ। ਤਾਂ ਅਸੀਂ ਆਨਸਰ ਸ਼ੁਰੂ ਕਰਦੇ ਹਾਂ ਜੀ ਕਿ ਗਦਰੀ ਬਾਬਾਜ਼ ਇਨ ਕਾਲਾਪਾਨੀ ਜੇਲ੍ਹ ਇਜ਼ ਰਿਟਨ ਬਾਏ ਡਾਕਟਰ ਹਰੀਸ਼ ਕੇ ਪੁਰੀ। ਜਿਵੇਂ ਕਿ ਮੈਂ ਬੱਚਿਓ ਤੁਹਾਨੂੰ ਪਹਿਲਾਂ ਵੀ ਹਰ ਵੱਡੇ ਕੁਐਸਚਨ ਦੇ ਵਿੱਚ ਦੱਸਦਾ ਹੁੰਦਾ ਹੈ ਕਿ ਜਦੋਂ ਵੀ ਤੁਸੀਂ ਚੈਪਟਰ ਦਾ ਨਾਮ ਪਾਉਣਾ ਹੈ ਤਾਂ ਉਸ ਦੇ ਕੈਪੀਟਲ ਲੈਟਰਸ ਦਾ ਖਿਆਲ ਰੱਖਣਾ ਹੈ। ਚੈਪਟਰ ਦੇ ਨਾਮ ਨੂੰ ਤੁਸੀਂ ਸਿੰਗਲ ਕੋਟ ਦੇ ਵਿੱਚ ਲਿਖਣਾ ਹੈ। ਹੁਣ ਇਹ ਜਿਹੜਾ ਚੈਪਟਰ ਹੈ ਕਿਸ ਨੇ ਲਿਖਿਆ ਜੀ? ਡਾਕਟਰ ਹਰੀਸ਼ ਕੇ ਪੁਰੀ ਨੇ। ਤਾਂ ਡਾਕਟਰ ਹਰੀਸ਼ ਕੇ ਪੁਰੀ ਦਾ ਵੀ ਨਾਮ ਧਿਆਨ ਨਾਲ ਪਾਣਾ ਬੱਚਿਓ। ਕੈਪੀਟਲ ਲੈਟਰਸ ਦਾ ਧਿਆਨ ਪਾਣਾ ਹੈ। ਡਾਕਟਰ ਦੇ ਪਿੱਛੇ ਡਾਟ ਲਗਾਉਣਾ ਹੈ। ਇਸੇ ਤਰ੍ਹਾਂ ਹਰੀਸ਼ ਦੀ H ਕੈਪੀਟਲ, ਕੇ ਤੋਂ ਬਾਅਦ ਡਾਟ ਤੁਸੀਂ ਲਗਾ ਸਕਦੇ ਹੋ ਅਤੇ ਪੁਰੀ ਦਾ P ਕੈਪੀਟਲ ਪਾਣਾ ਹੈ। ਬਾਕੀ ਸਾਰੇ ਸਮਾਲ ਲੈਟਰਸ ਪਾਣੇ ਆ। ਤਾਂ ਸਟੂਡੈਂਟ, ਜਿਵੇਂ ਕਿ ਅਸੀਂ ਪਹਿਲਾਂ ਡਿਸਕਸ ਕੀਤਾ ਸੀ ਕਿ ਜਿਹੜਾ ਸਾਡਾ ਪਹਿਲਾ ਵੱਡਾ ਕੁਐਸਚਨ ਹੈ ਕਿ ਰਾਈਟ ਇਨ ਬਰੀਫ ਵਾਟ ਯੂ ਨੋ ਅਬਾਊਟ ਦਾ ਗਦਰ ਪਾਰਟੀ। ਤਾਂ ਸਭ ਤੋਂ ਪਹਿਲਾਂ ਅਸੀਂ ਇਸ ਦਾ ਆਨਸਰ ਲਿਖਾਂਗੇ ਕਿ ਅਸੀਂ ਗਦਰ ਪਾਰਟੀ ਬਾਰੇ ਕੀ ਜਾਣਦੇ ਹਾਂ। ਤਾਂ ਅਸੀਂ ਇਹਦਾ ਆਨਸਰ ਲਿਖਦੇ ਹਾਂ ਜੀ ਕਿ ਦਾ ਗਦਰ ਪਾਰਟੀ ਵਾਜ਼ ਆਰਗੇਨਾਈਜ਼ਡ ਬਾਈ ਇੰਡੀਅਨ ਐਗਜ਼ਾਈਲਸ ਇਨ USA ਐਂਡ ਕੈਨੇਡਾ ਇਨ 1913। ਕਿ ਜਿਹੜੀ ਗਦਰ ਪਾਰਟੀ ਸੀ ਇਸ ਨੂੰ ਸੰਗਠਿਤ ਕੀਤਾ ਗਿਆ ਸੀ। ਆਰਗੇਨਾਈਜ਼ ਦਾ ਮਤਲਬ ਹੁੰਦਾ ਬੱਚਿਓ ਸੰਗਠਿਤ ਕਰਨਾ। ਕਿਹਨਾਂ ਨੇ ਸੰਗਠਿਤ ਕੀਤਾ ਜੀ? ਇੰਡੀਅਨ ਐਗਜ਼ਾਈਲਸ। ਐਗਜ਼ਾਈਲਸ ਦਾ ਮਤਲਬ ਹੁੰਦਾ ਬੱਚਿਓ ਜਲਾਵਤਨ। ਜਲਾਵਤਨ ਦਾ ਮੀਨਿੰਗ ਮੈਂ ਤੁਹਾਨੂੰ ਬੱਚਿਓ ਚੈਪਟਰ ਦੀ ਐਕਸਪਲੇਨੇਸ਼ਨ ਕਰਾਉਂਦੇ ਹੋਏ ਦੱਸਿਆ ਸੀ ਕਿ ਜਦੋਂ ਕਿਸੇ ਦੇਸ਼ ਦੇ ਵਾਸੀ ਨੂੰ ਦੇਸ਼ ਛੱਡਣ ਦੀ ਸਜ਼ਾ ਮਿਲ ਜਾਂਦੀ ਹੈ ਤਾਂ ਅਸੀਂ ਉਸ ਨੂੰ ਜਲਾਵਤਨ ਕਹਿੰਦੇ ਹਾਂ। ਤਾਂ ਕਾਫੀ ਸਾਰੇ ਭਾਰਤੀਆਂ ਨੂੰ ਅੰਗਰੇਜ਼ਾਂ ਨੇ ਦੇਸ਼ ਛੱਡਣ ਲਈ ਮਜਬੂਰ ਕਰ ਦਿੱਤਾ ਸੀ। ਤਾਂ ਉਹਨਾਂ ਇੰਡੀਅਨ ਐਗਜ਼ਾਈਲਸ ਨੇ ਇਹ ਪਾਰਟੀ ਦਾ ਸੰਗਠਨ ਕੀਤਾ। ਕਿੱਥੇ ਕੀਤਾ? USA ਦੇ ਵਿੱਚ ਅਤੇ ਕੈਨੇਡਾ ਦੇ ਵਿੱਚ। ਤਾਂ ਬੱਚਿਓ, ਜਦੋਂ ਤੁਸੀਂ USA ਸ਼ਬਦ ਪਾਉਣਾ ਹੈ ਤਾਂ ਅਸੀਂ ਇਸ ਨੂੰ ਕੈਪੀਟਲ ਲੈਟਰਸ ਦੇ ਵਿੱਚ ਪਾਉਣਾ ਹੈ। ਇਸੇ ਤਰ੍ਹਾਂ ਕੈਨੇਡਾ ਦੀ ਤੁਸੀਂ C ਵੱਡੀ ਪਾਣੀ ਹੈ। ਗਦਰ ਪਾਰਟੀ ਦੀ ਵੀ G ਤੇ P ਤੁਸੀਂ ਖਿਆਲ ਰੱਖਣਾ, ਬਿਕੋਜ਼ ਤੁਸੀਂ ਕਿਸੇ ਦਾ ਨਾਮ ਲਿਖ ਰਹੇ ਹੋ ਤਾਂ ਇਸ ਕਰਕੇ ਸਾਨੂੰ ਇਹ ਕੈਪੀਟਲ ਲੈਟਰਸ ਦਾ ਖਿਆਲ ਰੱਖਣਾ ਹੈ। ਅਤੇ ਸਾਰਾ ਕੰਮ ਕਦੋਂ ਹੋਇਆ ਸੀ ਜੀ? 1913 ਈਸਵੀ ਦੇ ਵਿੱਚ। ਅਕਤੂਬਰ 1914 ਦੇ ਵਿੱਚ ਇਹ ਜਿਹੜੇ ਜਲਾਵਤਨ ਸੀਗੇ ਇਹ ਸਾਡੇ ਭਾਰਤ ਆਉਣੇ ਸਟਾਰਟ ਹੋ ਗਏ ਸੀ ਅਤੇ ਇਹਨਾਂ ਨੇ ਇੱਕ ਆਰਮਡ ਸਟਰਗਲ ਮਤਲਬ ਕਿ ਹਥਿਆਰਬੰਦ ਵਿਦਰੋਹ ਕਰਨ ਦੀ ਕੋਸ਼ਿਸ਼ ਕੀਤੀ ਸੀ ਤਾਂ ਕਿ ਇਹ ਅੰਗਰੇਜ਼ ਸਰਕਾਰ ਨੂੰ ਭਾਰਤ ਵਿੱਚੋਂ ਭਜਾ ਸਕਣ। ਪਰੰਤੂ ਫਰਵਰੀ 1915 ਦੇ ਵਿੱਚ ਇਹਨਾਂ ਦੇ ਵਿਦਰੋਹ ਬਾਰੇ ਅੰਗਰੇਜ਼ ਸਰਕਾਰ ਨੂੰ ਸੂਚਨਾ ਮਿਲ ਗਈ ਅਤੇ ਫਿਰ ਉਹਨਾਂ ਨੇ ਬਹੁਤ ਸਾਰੇ ਸਾਡੇ ਗਦਰ ਪਾਰਟੀ ਦੇ ਮੈਂਬਰਾਂ ਨੂੰ ਫੜ ਲਿਆ ਅਤੇ ਉਹਨਾਂ ਵਿੱਚੋਂ ਕਈਆਂ ਨੂੰ ਇਸ ਸੈਲੂਲਰ ਜੇਲ੍ਹ ਦੇ ਵਿੱਚ ਕੈਦੀ ਬਣਾ ਲਿਆ।
लाला हरदयाल, बाबा सोहन सिंह पकना, करतार सिंह सराभा एंड विष्णु गणेश पिंगले वर द की मैंबर्स ऑफ द गदर पार्टी। तो बच्चों गदर पार्टी के ਜਿਹੜੇ ਮੁੱਖ ਮੈਂਬਰ ਸੀ नो की मैंबर्स ਦਾ ਮਤਲਬ ਹੈ ਜੀ ਮੁੱਖ ਮੈਂਬਰ ਕਿਹੜੇ-ਕਿਹੜੇ ਸੀਗੇ ਜੀ ਆ ਸਾਰੇ ਲਾਲਾ ਹਰਦਿਆਲ, ਬਾਬਾ ਸੋਹਣ ਸਿੰਘ ਪਕਨਾ, ਕਰਤਾਰ ਸਿੰਘ ਸਰਾਭਾ ਅਤੇ ਵਿਸ਼ਨੂੰ ਗਣੇਸ਼ ਪਿੰਗਲੇ। ਇਹਦੇ ਬਾਰੇ ਸਾਡਾ ਇੱਕ ਸ਼ਾਰਟ ਆਨਸਰ ਟਾਈਪ ਕੁਐਸਚਨ ਵੀ ਬੱਚਿਓ ਆਇਆ ਸੀ, ਮੈਂ ਉਹੀ ਲਾਈਨਸ ਇੱਥੇ ਇਨਕਲੂਡ ਕੀਤੀਆਂ ਨੇ। देयर एम वॉज टू फ्री इंडिया फ्रॉम ब्रिटिश रूल। ਹੁਣ ਇਹਨਾਂ ਸਾਰੇ ਗਦਰ ਪਾਰਟੀ ਦੇ ਮੈਂਬਰਾਂ ਦਾ ਮੁੱਖ ਮੰਤਵ ਕੀ ਸੀ, ਏਮ ਕੀ ਸੀ? ਏਮ ਦਾ ਮਤਲਬ ਹੁੰਦਾ ਬੱਚਿਓ ਟੀਚਾ, ਮੰਤਵ। ਇਹਨਾਂ ਦਾ ਮੰਤਵ ਇਹ ਸੀ ਕਿ ਇਹਨਾਂ ਨੇ ਭਾਰਤ ਨੂੰ ਆਜ਼ਾਦੀ ਦਿਲਾਣੀ ਹੈ, ਕਿੱਥੋਂ? ਬ੍ਰਿਟਿਸ਼ ਸ਼ਾਸਨ ਤੋਂ, ਬ੍ਰਿਟਿਸ਼ ਰੂਲ ਤੋਂ। ਬਟ ਦੇਅਰ ਰਿਵੋਲਟ ਫੇਲਡ ਇਨ 1950। ਪਰੰਤੂ ਜਿਵੇਂ ਕਿ ਮੈਂ ਤੁਹਾਨੂੰ ਬੱਚਿਓ ਦੱਸਿਆ ਕਿ ਉਹਨਾਂ ਦਾ ਜਿਹੜਾ ਇਹ ਸੰਘਰਸ਼ ਸੀ, ਜਿਹੜਾ ਵਿਦਰੋਹ ਸੀ, ਇਹ ਫੇਲ ਹੋ ਗਿਆ 1915 ਈਸਵੀ ਦੇ ਵਿੱਚ। ਦੇ ਵਰ ਕੈਪਚਰਡ ਐਂਡ ਕੈਪਟ ਇਨ ਅ ਸਪੈਸ਼ਲ ਜੇਲ ਕਾਲਡ ਦਾ ਸੈਲੂਲਰ ਜੇਲ ਇਨ ਪੋਰਟ ਬਲੇਅਰ, ਅੰਡੇਮਾਨ ਆਈਲੈਂਡ। ਇਹਨਾਂ ਨੂੰ ਪਕੜ ਲਿਆ ਗਿਆ, ਕੈਪਚਰਡ ਦਾ ਮਤਲਬ ਹੁੰਦਾ ਹੈ ਫੜ ਲੈਣਾ, ਅਤੇ ਇਹਨਾਂ ਨੂੰ ਰੱਖਿਆ ਗਿਆ ਕੈਪਟ ਇਨ ਅ ਸਪੈਸ਼ਲ ਜੇਲ, ਇੱਕ ਸਪੈਸ਼ਲ ਜੇਲ ਜਿਸ ਨੂੰ ਕਿ ਸੈਲੂਲਰ ਜੇਲ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਇਹ ਸੈਲੂਲਰ ਜੇਲ ਕਿੱਥੇ ਹੈ ਜੀ? ਪੋਰਟ ਬਲੇਅਰ ਦੇ ਵਿੱਚ ਹੈ, ਅੰਡੇਮਾਨ ਵਾਲੇ ਆਈਲੈਂਡ ਦੇ ਉੱਪਰ। ਤਾਂ ਬੱਚਿਓ ਮੈਂ ਤੁਹਾਨੂੰ ਚੈਪਟਰ ਐਕਸਪਲੇਨ ਕਰਦੇ ਹੋਏ ਦੱਸਿਆ ਸੀ, ਉਹਦੇ ਵਿੱਚ ਮੈਂ ਤੁਹਾਨੂੰ ਮੈਪਸ ਵੀ ਦਿਖਾਏ ਸੀ ਕਿ ਇਹ ਅੰਡੇਮਾਨ ਆਈਲੈਂਡ ਕਿੱਥੇ ਹੈ। ਅੰਡੇਮਾਨ ਨਿਕੋਬਾਰ ਜਿਹੜੇ ਦੀਪ ਸਮੂਹ ਨੇ ਉਸ ਦੀ ਰਾਜਧਾਨੀ ਹੈ ਜੀ ਪੋਰਟ ਬਲੇਅਰ, ਇਹ ਇੱਕ ਸ਼ਹਿਰ ਹੈ। ਇਸ ਦੇ ਵਿੱਚ ਸੈਲੂਲਰ ਜੇਲ ਬਣਾਈ ਗਈ ਸੀ। ਹਾਲਾਂਕਿ ਜਿਵੇਂ ਕਿ ਮੈਂ ਪਹਿਲਾਂ ਵੀ ਦੱਸਿਆ ਇਹ ਜੇਲ ਕਾਫੀ ਪੁਰਾਣੀ ਸੀ, 1857 ਤੋਂ ਮੌਜੂਦ ਸੀ, ਲੇਕਿਨ ਇਸ ਨੂੰ ਨਵਾਂ ਰੂਪ ਦਿੱਤਾ ਗਿਆ 1906 ਈਸਵੀ ਦੇ ਵਿੱਚ, ਅਤੇ ਫਿਰ ਇਹ ਸਾਰੇ ਜਿਹੜੇ ਸਾਡੇ ਗਦਰ ਪਾਰਟੀ ਦੇ ਮੈਂਬਰ ਸੀ ਉੱਥੇ ਪਕੜ ਕੇ ਰੱਖੇ ਗਏ। The other two names for cellular jail were ਕਾਲਾਪਾਨੀ ਜੇਲ ਐਂਡ ਦਾ ਡੈਵਿਲਸ ਆਈਲੈਂਡ। ਹੁਣ ਜਿਹੜੇ ਇਸ ਜੇਲ ਦੇ ਦੋ ਹੋਰ ਨਾਮ, ਅਦਰ ਟੂ ਨੇਮਸ, ਜਿਹੜੇ ਦੋ ਹੋਰ ਨਾਮ ਸੀਗੇ ਸੈਲੂਲਰ ਜੇਲ ਦੇ, ਉਹ ਕਿਹੜੇ-ਕਿਹੜੇ ਸੀ ਜੀ? ਕਾਲਾਪਾਨੀ ਜੇਲ ਐਂਡ ਦਾ ਡੈਵਿਲਸ ਆਈਲੈਂਡ। ਤਾਂ ਇਹਨੂੰ ਦੋ ਨਾਵਾਂ ਨਾਲ ਵੀ ਜਾਣਿਆ ਜਾਂਦਾ ਸੀ। ਇਹ ਕੁਐਸਚਨ ਬੱਚਿਓ ਸ਼ਾਰਟ ਆਨਸਰ ਟਾਈਪ ਕੁਐਸਚਨ ਦੇ ਵਿੱਚ ਵੀ ਆਇਆ ਸੀ, ਮੈਂ ਫਿਰ ਉਹੀ ਲਾਈਨਸ ਇਸ ਐਸੇ ਟਾਈਪ ਕੁਐਸਚਨ ਦੇ ਵਿੱਚ ਇਨਕਲੂਡ ਕੀਤੀਆਂ ਨੇ। ਡੈਵਿਲਸ ਆਈਲੈਂਡ ਦੇ ਬਾਰੇ ਮੈਂ ਤੁਹਾਨੂੰ ਬੱਚਿਓ ਦੱਸ ਚੁੱਕਿਆ ਕਿ ਸ਼ੈਤਾਨਾਂ ਦੇ ਟਾਪੂ ਨੂੰ ਕਿਹਾ ਜਾਂਦਾ ਹੈ। ਡੈਵਿਲ ਦਾ ਮਤਲਬ ਹੁੰਦਾ ਹੈ ਸ਼ੈਤਾਨ, ਅਤੇ ਆਈਲੈਂਡ ਦਾ ਮਤਲਬ ਹੁੰਦਾ ਹੈ ਟਾਪੂ, ਜੋ ਕਿ ਚਾਰੇ ਪਾਸੇ ਪਾਣੀ ਨਾਲ ਘਿਰਿਆ ਹੁੰਦਾ ਹੈ। ਤਾਂ ਬੱਚਿਓ ਪੇਜ ਨੰਬਰ 93 ਦੇ ਉੱਪਰ ਸਾਡਾ ਦੂਸਰਾ ਕੁਐਸਚਨ ਸੀ ਕਿ ਹਾਊ ਵਰ ਦਾ ਇੰਡੀਅਨਸ ਟ੍ਰੀਟਡ ਇਨ ਦਾ ਸੈਲੂਲਰ ਜੇਲ ਆਫ ਅੰਡੇਮਾਨ ਬਾਈ ਦਾ ਬ੍ਰਿਟਿਸ਼ ਆਫੀਸ਼ੀਅਲ। ਕਿ ਬ੍ਰਿਟਿਸ਼ ਅਧਿਕਾਰੀਆਂ ਵੱਲੋਂ ਅੰਡੇਮਾਨ ਵਾਲੇ ਸੈਲੂਲਰ ਜੇਲ ਦੇ ਵਿੱਚ ਭਾਰਤੀਆਂ ਨਾਲ ਕਿਸ ਤਰ੍ਹਾਂ ਦਾ ਵਿਵਹਾਰ ਕੀਤਾ ਜਾਂਦਾ ਸੀ। ਤਾਂ ਹੁਣ ਕੁਝ ਲਾਈਨਾਂ ਅਸੀਂ ਇਸ ਕੁਐਸਚਨ ਦੀਆਂ ਲਿਖਾਂਗੇ। The Gadarites were treated very badly by the British officials there। ਨਾ ਜਿਹੜੀ ਗਦਰੀ ਬਾਬਿਆਂ ਨੂੰ ਆਪਾਂ ਬੱਚਿਓ ਗਦਰਾਈਟਸ ਕਿਹਾ ਗਿਆ ਹੈ, ਤਾਂ ਗਦਰਾਈਟਸ ਦਾ ਮਤਲਬ ਇੱਥੇ ਗਦਰੀ ਬਾਬਿਆਂ ਤੋਂ ਹੈ। ਤਾਂ ਗਦਰੀ ਬਾਬਿਆਂ ਨੂੰ ਟ੍ਰੀਟ ਕੀਤਾ ਜਾਂਦਾ ਸੀ, ਉਹਨਾਂ ਦੇ ਨਾਲ ਵਿਵਹਾਰ ਕੀਤਾ ਜਾਂਦਾ ਸੀ ਵੈਰੀ ਬੈਡਲੀ, ਬਹੁਤ ਹੀ ਬੁਰੇ ਤਰੀਕੇ ਦਾ ਵਿਵਹਾਰ ਕੀਤਾ ਜਾਂਦਾ ਸੀ ਬਾਈ ਦਾ ਬ੍ਰਿਟਿਸ਼ ਆਫੀਸ਼ੀਅਲਸ, ਅੰਗਰੇਜ਼ ਸਰਕਾਰ ਦੇ ਅਧਿਕਾਰੀਆਂ ਦੁਆਰਾ। ਦੇਅਰ ਉੱਥੇ, ਦੇਅਰ ਦਾ ਮਤਲਬ ਇੱਥੇ ਸੈਲੂਲਰ ਜੇਲ ਦੀ ਗੱਲ ਹੋ ਰਹੀ ਹੈ। The mode of torturing brave Indians by the British government was vengeful and sadistic। ਹੁਣ ਇਹਨਾਂ ਦਾ ਤਰੀਕਾ ਕੀ ਸੀ? ਇਹ ਕਿਵੇਂ ਕਰਦੇ ਸੀ ਕਿ ਜਿਹੜੇ ਸਾਡੇ ਬਹਾਦਰ ਭਾਰਤੀ ਸੀ ਉਹਨਾਂ ਨੂੰ ਇਹ ਟਾਰਚਰ ਕਰਦੇ ਸੀ। ਨਾ ਟਾਰਚਰ ਦਾ ਮਤਲਬ ਮੈਂ ਤੁਹਾਨੂੰ ਦੱਸਿਆ ਸੀ ਤਸੀਹੇ ਦੇਣਾ। ਇਹਨਾਂ ਨੂੰ ਤਸੀਹੇ ਦਿੰਦੇ ਸੀ ਕਿਵੇਂ? ਤਾਂ ਬ੍ਰਿਟਿਸ਼ ਗਵਰਨਮੈਂਟ ਵੱਲੋਂ, ਮਤਲਬ ਕਿ ਅੰਗਰੇਜ਼ ਸਰਕਾਰ ਵੱਲੋਂ ਇਹਨਾਂ ਨੂੰ ਟਾਰਚਰ ਕੀਤਾ ਜਾਂਦਾ ਸੀ। ਉਸ ਦਾ ਢੰਗ ਕੀ ਸੀ? ਤਾਂ ਉਹਨਾਂ ਦਾ ਢੰਗ ਸੀ, ਮੋਡ ਦਾ ਮਤਲਬ ਇੱਥੇ ਢੰਗ ਤੋਂ ਹੈ, ਉਹ ਢੰਗ ਕੀ ਸੀ ਜੀ? ਵੈਂਜਫੁਲ ਐਂਡ ਸੈਡਿਸਟਿਕ। ਵੈਂਜਫੁਲ ਦਾ ਮਤਲਬ ਹੁੰਦਾ ਬੱਚਿਓ ਬਦਲਾ ਲੈਣ ਵਾਲਾ, ਅਤੇ ਬੱਚਿਓ ਸੈਡਿਸਟਿਕ ਦਾ ਮਤਲਬ ਮੈਂ ਤੁਹਾਨੂੰ ਚੈਪਟਰ ਦੇ ਵਿੱਚ ਬਹੁਤ ਹੀ ਡਿਟੇਲ ਦੇ ਵਿੱਚ ਸਮਝਾਇਆ ਸੀ ਕਿ ਜਦੋਂ ਕਿਸੇ ਪਰਸਨ ਨੂੰ ਦੂਸਰੇ ਪਰਸਨ ਨੂੰ ਤਸੀਹੇ ਦੇ ਕੇ ਖੁਸ਼ੀ ਮਿਲਦੀ ਹੈ ਤਾਂ ਅਸੀਂ ਉਸ ਨੂੰ ਕਹਿੰਦੇ ਹਾਂ ਕਿ ਇਸ ਪਰਸਨ ਦੀ ਨੇਚਰ ਸੈਡਿਸਟਿਕ ਨੇਚਰ ਦੀ ਹੈ। ਇਸ ਲਾਈਨ ਦਾ ਮਤਲਬ ਇਹ ਹੋਇਆ ਕਿ ਬ੍ਰਿਟਿਸ਼ ਗਵਰਨਮੈਂਟ ਜਿਹੜੀ ਸੀ, ਅੰਗਰੇਜ਼ ਸਰਕਾਰ ਸੀ, ਉਹ ਸਾਡੇ ਭਾਰਤੀਆਂ ਨੂੰ ਤਸੀਹੇ ਦੇ ਕੇ ਬੜੀ ਖੁਸ਼ ਹੁੰਦੀ ਸੀ ਅਤੇ ਉਹਨਾਂ ਦੇ ਪ੍ਰਤੀ ਉਹ ਬਦਲੇ ਦੀ ਭਾਵਨਾ ਰੱਖਦੀ ਸੀ। ਇਹ ਪੂਰੀ ਲਾਈਨ ਬੱਚਿਓ ਸ਼ਾਰਟ ਆਨਸਰ ਟਾਈਪ ਕੁਐਸਚਨ ਦੇ ਵਿੱਚ ਵੀ ਆਈ ਸੀ। The Gadarites were forced to work hard at Kohlu to extract a minimum of 30 pounds of coconut oil। ਤਾਂ ਬੱਚਿਓ ਅਸੀਂ ਮਾਈਂਡ ਮੈਪ ਦੇ ਵਿੱਚ ਇੱਕ ਪੁਆਇੰਟ ਦੇਖਿਆ ਸੀ, ਤਾਂ ਉੱਥੋਂ ਹੀ ਇਹ ਲਾਈਨ ਬਣਾਈ ਹੈ ਕਿ ਜਿਹੜੇ ਗਦਰੀ ਬਾਬੇ ਸੀ ਉਹਨਾਂ ਨੂੰ ਮਜਬੂਰ ਕੀਤਾ ਜਾਂਦਾ ਸੀ। ਫੋਰਸ ਦਾ ਮਤਲਬ ਹੁੰਦਾ ਬੱਚਿਓ ਮਜਬੂਰ ਕਰਨਾ, ਕਿ ਉਹਨਾਂ ਨੂੰ ਬਹੁਤ ਹੀ ਸਖਤ ਮਿਹਨਤ ਕਰਨ ਦੇ ਲਈ ਮਜਬੂਰ ਕੀਤਾ ਜਾਂਦਾ ਸੀ, ਕਿਉਂਕਿ ਉਹਨਾਂ ਤੋਂ ਕੋਲੂ ਦੇ ਬੈਲ ਵਾਂਗੂ ਕੰਮ ਲਿਆ ਜਾਂਦਾ ਸੀ। ਫਿਰ ਉਹਨਾਂ ਨੇ ਕੀ ਕਰਨਾ ਹੁੰਦਾ ਸੀ ਕਿ ਰੋਜ਼ ਕੋਕੋਨਟ ਆਇਲ ਦੇ 30 ਪਾਊਂਡਸ ਘੱਟੋ ਘੱਟ ਐਕਸਟ੍ਰੈਕਟ ਕਰਨੇ ਹੁੰਦੇ ਸੀ। ਮਤਲਬ ਕਿ ਉਹਨਾਂ ਨੂੰ ਕੋਲੂ ਚਲਾ ਕੇ ਪੂਰਾ ਦਿਨ ਕੋਕੋਨਟ ਆਇਲ ਦੇ 30 ਪਾਊਂਡ ਕੱਢਣੇ ਪੈਂਦੇ ਸੀ। ਪਾਊਂਡ ਬੱਚਿਓ ਮਿਣਤੀ ਦੀ ਇਕਾਈ ਹੈ, ਜਿਵੇਂ ਕਿ ਸਾਡੇ ਇੰਡੀਆ ਦੇ ਵਿੱਚ ਗ੍ਰਾਮ ਜਾਂ ਕਿਲੋਗ੍ਰਾਮ ਚੱਲਦੇ ਨੇ, ਅੰਗਰੇਜ਼ ਸਰਕਾਰ ਦੇ ਵੇਲੇ ਪਾਊਂਡ ਚੱਲਦੇ ਸੀ।
ਦੇ ਵਰ ਫਿਲਦੀ ਅਬਿਊਜ਼ਡ ਐਂਡ ਵਿਪਡ ਮਰਸੀਲੈਸਲੀ ਇਨ ਪਬਲਿਕ। ਤਾਂ ਉਹਨਾਂ ਨੂੰ ਬਹੁਤ ਹੀ ਮਾੜੀਆਂ ਗਾਲਾਂ ਕੱਢੀਆਂ ਜਾਂਦੀਆਂ ਸੀ। ਫਿਲਦੀ ਦਾ ਮਤਲਬ ਹੁੰਦਾ ਬੱਚਿਓ ਬਹੁਤ ਹੀ ਘਟੀਆ, ਅਤੇ ਅਬਿਊਜ਼ ਦਾ ਮਤਲਬ ਹੁੰਦਾ ਹੈ ਗਾਲਾਂ ਕੱਢਣਾ। ਅਤੇ ਉਹਨਾਂ ਨੂੰ ਬੈਂਤ ਮਾਰੇ ਜਾਂਦੇ ਸੀ। ਵਿਪਡ ਦਾ ਮਤਲਬ ਹੁੰਦਾ ਹੈ ਚਾਬੁਕ ਮਾਰਨਾ। ਮਰਸੀਲੈਸਲੀ ਦਾ ਮਤਲਬ ਮੈਂ ਤੁਹਾਨੂੰ ਦੱਸਿਆ ਸੀ ਬੱਚਿਓ ਬਿਨਾਂ ਦਇਆ ਤੋਂ, ਮਤਲਬ ਨਿਰਦਈ ਭਾਵਨਾ ਨਾਲ। ਇਨ ਪਬਲਿਕ ਦਾ ਮਤਲਬ ਕਿ ਉਹਨਾਂ ਦਾ ਤਮਾਸ਼ਾ ਬਣਾ ਕੇ ਪੇਸ਼ ਕੀਤਾ ਜਾਂਦਾ ਸੀ। ਸਾਰੇ ਲੋਕਾਂ ਦੇ ਸਾਹਮਣੇ ਉਹਨਾਂ ਨੂੰ 30 ਚਾਬੁਕ ਮਾਰੇ ਜਾਂਦੇ ਸੀ। ਇੰਨਾ ਬੁਰੇ ਤਰੀਕੇ ਨਾਲ ਅੰਗਰੇਜ਼ ਸਰਕਾਰ ਸਾਡੇ ਸੁਤੰਤਰਤਾ ਸੈਨਾਨੀਆਂ ਨਾਲ ਵਿਵਹਾਰ ਕਰਦੀ ਸੀ। ਤਾਂ ਇਹ ਸਾਰੀਆਂ ਲਾਈਨਸ ਬੱਚਿਓ ਤੁਸੀਂ ਉਸ ਵੱਡੇ ਕੁਐਸਚਨ ਦੇ ਵਿੱਚ ਲਿਖ ਸਕਦੇ ਹੋ। ਤਾਂ ਸਟੂਡੈਂਟਸ ਪੇਜ ਨੰਬਰ 94 ਦੇ ਉੱਪਰ ਥਰਡ ਸਾਡਾ ਵੱਡਾ ਕੁਐਸਚਨ ਹੈ ਕਿ ਡਿਸਕਸ ਦਾ ਵੇਰੀਅਸ ਫਿਜ਼ੀਕਲ ਪ੍ਰੋਬਲਮਸ ਦੈਟ ਦਾ ਇੰਡੀਅਨ ਫਰੀडम ਫਾਈਟਰਸ ਹੈਡ ਟੂ ਫੇਸ ਇਨ ਦਾ ਸੈਲੂਲਰ ਜੇਲ। ਕਿ ਸੈਲੂਲਰ ਜੇਲ ਦੇ ਵਿੱਚ ਜਿਹੜੇ ਸਾਡੇ ਭਾਰਤੀ ਸੁਤੰਤਰਤਾ ਸੰਗਰਾਮੀ ਸੀ ਉਹਨਾਂ ਨੂੰ ਕਿਸ ਤਰ੍ਹਾਂ ਦੇ ਹਾਲਾਤਾਂ ਦਾ ਸਾਹਮਣਾ ਕਰਨਾ ਪੈਂਦਾ ਸੀ। ਤਾਂ ਅਸੀਂ ਹੁਣ ਇਸ ਕੁਐਸਚਨ ਦੀਆਂ ਕੁਝ ਲਾਈਨਸ ਲਿਖਾਂਗੇ। ਦੇ ਵਰ ਕੈਪਟ ਇਨ ਡਰਟੀ ਸੈਲਸ ਲੋਨਲੀ। ਤਾਂ ਉਹਨਾਂ ਨੂੰ ਰੱਖਿਆ ਜਾਂਦਾ ਸੀ। ਕੈਪ ਦਾ ਮਤਲਬ ਸੈਕਿੰਡ ਵਰਬ ਹੈ ਜੀ, ਰੱਖਿਆ ਜਾਣਾ। ਡਰਟੀ ਸੈਲਸ ਬਹੁਤ ਹੀ ਗੰਦੇ ਸੈੱਲਾਂ ਦੇ ਵਿੱਚ, ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਸੀ ਕਿ 13 ਫੁੱਟ ਬਾਈ 7 ਫੁੱਟ ਦਾ ਜਿਹੜਾ ਇੱਕ ਛੋਟਾ ਜਿਹਾ ਕਮਰਾ ਹੀ ਸੀ ਜਿਸ ਨੂੰ ਕਿ ਕਾਲ ਕੋਠਰੀ ਕਿਹਾ ਜਾਂਦਾ ਸੀ, ਉਹਦੇ ਵਿੱਚ ਉਹਨਾਂ ਨੂੰ ਲੋਨਲੀ ਰੱਖਿਆ ਜਾਂਦਾ ਸੀ। ਲੋਨਲੀ ਦਾ ਮਤਲਬ ਇਕੱਲਾ। ਇੰਨੀ ਜ਼ਿਆਦਾ ਉਹਨਾਂ ਦੇ ਬੰਦਿਸ਼ਾਂ ਸੀ ਕਿ ਉਹ ਇੱਕ ਦੂਸਰੇ ਨਾਲ ਗੱਲ ਵੀ ਨਹੀਂ ਸੀ ਕਰ ਸਕਦੇ। ਦੇ ਵਰ ਗਿਵਨ ਬੈਡ ਐਂਡ ਇਨਐਡਿਕੁਏਟ ਫੂਡ। ਉਹਨਾਂ ਨੂੰ ਦਿੱਤਾ ਜਾਂਦਾ ਸੀ ਬਹੁਤ ਹੀ ਭੈੜਾ ਅਤੇ ਇਨਐਡਿਕੁਏਟ। ਨਾ ਇਨਐਡਿਕੁਏਟ ਦਾ ਮਤਲਬ ਹੁੰਦਾ ਹੈ ਬੱਚਿਓ ਜੋ ਕਿ ਪੂਰਾ ਨਾ ਹੋਵੇ, ਮਤਲਬ ਕਿ ਘੱਟ ਮਾਤਰਾ ਦੇ ਵਿੱਚ, ਕਿ ਜਿੰਨੀ ਬੰਦੇ ਦੀ ਖੁਰਾਕ ਹੋਵੇ ਉਹਨਾਂ ਉਸ ਨੂੰ ਨਾ ਮਿਲੇ ਭੋਜਨ, ਤਾਂ ਅਸੀਂ ਉਸ ਨੂੰ ਕਹਿੰਦੇ ਹਾਂ ਇਨਐਡਿਕੁਏਟ ਫੂਡ। ਤਾਂ ਉਹਨਾਂ ਨੂੰ ਘੱਟ ਮਾਤਰਾ ਦੇ ਵਿੱਚ ਅਤੇ ਘਟੀਆ ਭੋਜਨ ਦਿੱਤਾ ਜਾਂਦਾ ਸੀ। The cellular jail was full of mosquitoes and blood sucking leeches। ਇਹ ਜਿਹੜੀ ਸੈਲੂਲਰ ਜੇਲ੍ਹ ਸੀ ਇਹ ਪੂਰੀ ਤਰ੍ਹਾਂ ਭਰੀ ਹੋਈ ਸੀ ਮੌਸਕੀਟੋਜ਼ ਮੱਛਰਾਂ ਦੇ ਨਾਲ ਅਤੇ ਖੂਨ ਪੀਣ ਵਾਲੀਆਂ ਜੌਂਕਾਂ ਦੇ ਨਾਲ। ਲੀਚ ਦਾ ਮਤਲਬ ਹੁੰਦਾ ਬੱਚਿਓ ਜੌਂਕ, ਜੋ ਕਿ ਸਰੀਰ ਨਾਲ ਚਿੰਬੜ ਕੇ ਸਰੀਰ ਦਾ ਖੂਨ ਪੀਂਦੀ ਹੈ। ਇਟ ਹੈਡ ਹਾਈਲੀ ਇਨਕਲੀਮੈਂਟ ਵੈਦਰ। ਤਾਂ ਇਸ ਦਾ ਮੌਸਮ ਬਹੁਤ ਹੀ ਇਨਕਲੀਮੈਂਟ ਸੀ, ਬਹੁਤ ਜ਼ਿਆਦਾ। ਇਨਕਲੀਮੈਂਟ ਵੈਦਰ ਦਾ ਮਤਲਬ ਹੁੰਦਾ ਬੱਚਿਓ ਕਿ ਅਜਿਹਾ ਮੌਸਮ ਜੋ ਕਿ ਠੰਡਾ ਵੀ ਹੋਵੇ ਅਤੇ ਨਮੀ ਭਰਿਆ ਵੀ ਹੋਵੇ, ਉਸ ਨੂੰ ਅਸੀਂ ਇਨਕਲੀਮੈਂਟ ਵੈਦਰ ਕਹਿੰਦੇ ਹਾਂ। ਤਾਂ ਇਹੋ ਜਿਹੇ ਮੌਸਮ ਦੇ ਵਿੱਚ ਹੀ ਬੱਚਿਓ ਇਹ ਜਿਹੜੇ ਜੀਵ ਨੇ, ਮੌਸਕੀਟੋਜ਼ ਨੇ ਜਾਂ ਲੀਚੀਜ਼ ਨੇ, ਇਹ ਪਨਪਦੇ ਨੇ। As a result, many of them were frequently sick with dysentery, high fever, TB and asthma। ਹੁਣ ਇੱਦਾਂ ਦੇ ਮੌਸਮ ਦੇ ਵਿੱਚ ਅਤੇ ਇੱਦਾਂ ਦੇ ਘਟੀਆ ਭੋਜਨ ਦੇ ਨਾਲ ਜਿਹੜੇ ਸਾਡੇ ਭਾਰਤੀ ਸੁਤੰਤਰਤਾ ਸੰਗਰਾਮੀਏ ਸੀ, ਤਾਂ ਉਹ ਨਤੀਜੇ ਵਜੋਂ ਮੈਨੀ ਆਫ ਦੈਮ, ਉਹਨਾਂ ਵਿੱਚੋਂ ਬਹੁਤ ਸਾਰੇ ਵਰ ਫ੍ਰੀਕੁਐਂਟਲੀ ਸਿੱਕ, ਉਹ ਜਲਦੀ ਬਿਮਾਰ ਹੋ ਜਾਂਦੇ ਸੀ। ਫ੍ਰੀਕੁਐਂਟਲੀ ਦਾ ਮਤਲਬ ਅਕਸਰ, ਬਹੁਤ ਹੀ ਜਲਦੀ ਬਿਮਾਰ ਹੋ ਜਾਂਦੇ ਸੀ ਅਤੇ ਉਹਨਾਂ ਨੂੰ ਬਿਮਾਰੀਆਂ ਲੱਗ ਜਾਂਦੀਆਂ ਸੀ। ਤਾਂ ਇੱਥੇ ਬੱਚਿਓ ਬਿਮਾਰੀਆਂ ਦਾ ਵੀ ਮੈਂ ਜ਼ਿਕਰ ਕੀਤਾ ਹੈ। ਡਾਈਸੈਂਟਰੀ ਬੱਚਿਓ ਹੈਜ਼ੇ ਨੂੰ ਕਿਹਾ ਜਾਂਦਾ ਹੈ। ਹਾਈ ਫੀਵਰ, ਉਹਨਾਂ ਨੂੰ ਬਹੁਤ ਜ਼ਿਆਦਾ ਬੁਖਾਰ ਹੋ ਜਾਂਦਾ ਸੀ। TB ਟਿਊਬਰਕਲੋਸਿਸ ਜਿਹਨੂੰ ਆਪਾਂ ਕਹਿੰਦੇ ਹਾਂ ਫੇਫੜਿਆਂ ਦੀ ਬਿਮਾਰੀ ਹੁੰਦੀ ਹੈ। ਐਂਡ ਐਸਥਮਾ ਵੀ ਬੱਚਿਓ ਫੇਫੜਿਆਂ ਦੀ ਹੀ ਬਿਮਾਰੀ ਹੁੰਦੀ ਹੈ। ਤਾਂ ਇੱਦਾਂ ਦੀਆਂ ਬਿਮਾਰੀਆਂ ਉਹਨਾਂ ਨੂੰ ਲੱਗ ਜਾਂਦੀਆਂ ਸੀ। ਤਾਂ ਬੱਚਿਓ ਸਾਰੀਆਂ ਲਾਈਨਸ ਤੁਸੀਂ ਇਹ ਵਾਲੇ ਕੁਐਸਚਨ ਦੇ ਵਿੱਚ ਲਿਖ ਸਕਦੇ ਹੋ। ਤਾਂ ਸਟੂਡੈਂਟ ਜਿਹੜਾ ਸਾਡਾ ਫੋਰਥ ਵੱਡਾ ਕੁਐਸਚਨ ਬਣਦਾ ਹੈ ਐਕਸਰਸਾਈਜ਼ ਦਾ, ਉਹ ਹੈ ਕਿ ਵਟ ਵਾਜ਼ ਡੇਵਿਡ ਬੈਰੀਜ਼ ਐਡਰੈਸ ਟੂ ਦਾ ਨਿਊ ਗਰੁੱਪ ਆਫ ਪੋਲੀਟੀਕਲ ਪ੍ਰਿਜ਼ਨਰਸ। ਕਿ ਡੇਵਿਡ ਬੈਰੀ ਜੋ ਕਿ ਉਸ ਜੇਲ੍ਹ ਦਾ ਜੇਲਰ ਹੈ, ਉਹ ਕਿਸ ਤਰ੍ਹਾਂ ਸੰਬੋਧਨ ਕਰਦਾ ਸੀ ਜੋ ਕਿ ਨਵੇਂ ਕੈਦੀ ਉਸ ਜੇਲ੍ਹ ਦੇ ਵਿੱਚ ਆਉਂਦੇ ਸੀ। ਪੋਲੀਟੀਕਲ ਪ੍ਰਿਜ਼ਨਰਸ ਦਾ ਮਤਲਬ ਜਿਹੜੇ ਰਾਜਨੀਤਿਕ ਕੈਦੀ ਆਉਂਦੇ ਸੀ, ਉਹਨਾਂ ਨੂੰ ਕਿਵੇਂ ਸੰਬੋਧਨ ਕਰਦਾ ਸੀ ਉਹਨਾਂ ਦੇ ਨਾਲ। ਜੇਲਰ ਡੇਵਿਡ ਬੈਰੀ, ਦਾ ਸੁਪਰਿੰਟੈਂਡੈਂਟ ਮਰੇ ਐਂਡ ਦਾ ਚੀਫ ਕਮਿਸ਼ਨਰ ਵਰ ਦਾ ਚੀਫ ਗਵਰਨਿੰਗ ਆਫੀਸ਼ੀਅਲਸ ਇਨ ਦਾ ਸੈਲੂਲਰ ਜੇਲ੍ਹ। ਤਾਂ ਸਾਨੂੰ ਪਤਾ ਬੱਚਿਓ ਕਿ ਜਿਹੜੀ ਸੈਲੂਲਰ ਜੇਲ੍ਹ ਹੈ ਉਸ ਦੇ ਜਿਹੜੇ ਮੁੱਖ ਸਰਕਾਰੀ ਅਫਸਰ ਸੀਗੇ ਉਹ ਕਿਹੜੇ ਸੀ। ਇੱਕ ਤਾਂ ਉਸ ਜੇਲ੍ਹ ਦਾ ਜੇਲਰ ਹੈ ਜੀ ਜੇਲਰ ਡੇਵਿਡ ਬੈਰੀ, ਦੂਸਰਾ ਉਸ ਜੇਲ੍ਹ ਦਾ ਸੁਪਰਟੈਂਡੈਂਟ ਹੈ ਜੀ ਸੁਪਰਿੰਟੈਂਡੈਂਟ ਮਰੇ, ਅਤੇ ਇੱਕ ਚੀਫ ਕਮਿਸ਼ਨਰ ਵੀ ਹੈ ਜਿਸ ਦਾ ਕਿ ਚੈਪਟਰ ਦੇ ਵਿੱਚ ਨਾਮ ਨਹੀਂ ਹੈ। ਇਹ ਉਸਦੇ ਮੁੱਖ ਸਰਕਾਰੀ ਅਫਸਰ ਸੀਗੇ ਉਸ ਜੇਲ੍ਹ ਦੇ। ਦੇ ਵਰ ਕਾਲਡ ਬੁਚਰਸ ਐਂਡ ਪ੍ਰੋਜਨੀ ਆਫ ਦਾ ਸੈਟਨ। ਤਾਂ ਮੈਂ ਤੁਹਾਨੂੰ ਮਾਈਂਡ ਮੈਪ ਦੇ ਵਿੱਚ ਵੀ ਦੱਸਿਆ ਸੀ ਕਿ ਇਹਨਾਂ ਤਿੰਨੇ ਜਣਿਆਂ ਨੂੰ ਬੁਚਰਸ ਕਿਹਾ ਜਾਂਦਾ ਸੀ। ਬੁਚਰਸ ਦਾ ਮਤਲਬ ਹੁੰਦਾ ਬੱਚਿਓ ਕਸਾਈ, ਕਿਉਂਕਿ ਇਹ ਕਸਾਈਆਂ ਵਾਂਗੂ ਸਾਡੇ ਭਾਰਤੀਆਂ ਨਾਲ ਪੇਸ਼ ਆਉਂਦੇ ਸੀ। ਅਤੇ ਇਹਨਾਂ ਨੂੰ ਪ੍ਰੋਜਨੀ ਆਫ ਦਾ ਸੈਟਨ ਵੀ ਚੈਪਟਰ ਦੇ ਵਿੱਚ ਕਿਹਾ ਗਿਆ। ਤਾਂ ਬੱਚਿਓ ਇਹ ਆਮ ਤੌਰ 'ਤੇ ਮਲਟੀਪਲ ਚੁਆਇਸ ਕੁਐਸਚਨ ਦੇ ਵਿੱਚ ਆ ਜਾਂਦਾ ਹੈ ਕਿ ਇਹਨਾਂ ਤਿੰਨ ਜਣਿਆਂ ਨੂੰ ਕਿਹੜੇ ਨਾਮ ਦੇ ਨਾਲ ਬੁਲਾਇਆ ਜਾਂਦਾ ਹੈ। ਤਾਂ ਇਹ ਆਨਸਰ ਤੁਸੀਂ ਲਿਖ ਕੇ ਆਉਣਾ ਜੀ, ਪ੍ਰੋਜਨੀ ਆਫ ਦਾ ਸੈਟਨ। ਨਾ ਪ੍ਰੋਜਨੀ ਦਾ ਮਤਲਬ ਹੁੰਦਾ ਬੱਚਿਓ ਔਲਾਦ, ਅਤੇ ਸੈਟਨ ਦਾ ਮਤਲਬ ਵੀ ਸ਼ੈਤਾਨ ਹੀ ਹੁੰਦਾ ਹੈ, ਡੈਵਿਲ ਵਾਂਗੂ। The warders, petty officers and ਜਮਾਦਾਰ were called smaller gods। ਤਾਂ ਬੱਚਿਓ ਚੈਪਟਰ ਦੇ ਵਿੱਚ ਇੱਕ ਹੋਰ ਜਗ੍ਹਾ ਇੱਕ ਜ਼ਿਕਰ ਆਇਆ ਹੈ ਕਿ ਕੁਝ ਜੇਲ੍ਹ ਦੇ ਕਰਮਚਾਰੀਆਂ ਨੂੰ ਸਮਾਲਰ ਗੋਡਸ ਕਿਹਾ ਗਿਆ ਹੈ। ਤਾਂ ਉਹ ਕਿਹੜੇ ਸੀ। ਇੱਕ ਤਾਂ ਵਾਰਡਰ ਸੀਗੇ ਜੀ। ਵਾਰਡਰਸ ਦਾ ਮਤਲਬ ਇੱਥੇ ਵਾਰਡਨ ਤੋਂ ਹੀ ਹੈ। ਮੈਂ ਤੁਹਾਨੂੰ ਚੈਪਟਰ ਦੀ ਐਕਸਪਲੇਨੇਸ਼ਨ ਦੇ ਵਿੱਚ ਦੱਸਿਆ ਸੀ ਕਿ ਜੋ ਜੇਲ੍ਹ ਦੇ
ਦੇਖ ਰੇਖ ਕਰਦੇ ਨੇ ਉਹਨਾਂ ਨੂੰ ਵਾਰਡਨ ਜਾਂ ਵਾਰਡਰਸ ਕਹਿੰਦੇ ਨੇ। ਪੈਟੀ ਅਫਸਰਸ ਮਤਲਬ ਜੋ ਛੋਟੇ ਅਫਸਰ ਨੇ ਜੇਲ੍ਹ ਦੇ, ਵੱਡੇ ਅਫਸਰ ਤਾਂ ਉਹੀ 3 ਜਣੇ ਹੋ ਗਏ ਨਾ, ਲੇਕਿਨ ਕੁਝ ਛੋਟੇ ਅਫਸਰ ਵੀ ਸੀਗੇ। ਅਤੇ ਜਮਾਦਾਰ, ਤਾਂ ਜਮਾਦਾਰ ਵੀ ਇੱਕ ਛੋਟਾ ਅਫਸਰ ਹੀ ਹੁੰਦਾ ਹੈ। ਇਹਨਾਂ ਸਾਰੇ ਜਣਿਆਂ ਨੂੰ ਸਮਾਲਰ ਗੋਡਸ ਕਿਹਾ ਜਾਂਦਾ ਸੀ। ਹੁਣ ਇੱਥੇ ਗੋਡਸ ਦੀ ਬੱਚਿਓ ਇੱਥੇ ਜੀ ਛੋਟੀ ਪਾਣੀ ਹੈ, ਇਸ ਗੱਲ ਦਾ ਖਿਆਲ ਰੱਖਣਾ ਹੈ। ਇੱਥੇ ਜੀ ਨੂੰ ਵੱਡਾ ਨਹੀਂ ਕਰਨਾ, ਬਿਕੋਜ਼ ਜੇ ਅਸੀਂ ਵੱਡੀ ਜੀ ਪਾਵਾਂਗੇ ਉਸ ਦਾ ਮਤਲਬ ਕੁਝ ਹੋਰ ਹੋ ਜਾਂਦਾ ਹੈ। ਇੱਥੇ ਸਮਾਲਰ ਗੋਡਸ ਦਾ ਮਤਲਬ ਹੈ ਛੋਟੇ ਦੇਵਤੇ। ਇੱਥੇ ਕਿਸੇ ਭਗਵਾਨ ਦੀ ਗੱਲ ਨਹੀਂ ਹੋ ਰਹੀ ਬੱਚਿਓ, ਦੇਵਤੇ ਦੀ ਗੱਲ ਹੋ ਰਹੀ ਹੈ ਕਿ ਉਹਨਾਂ ਨੂੰ ਛੋਟੇ ਦੇਵਤੇ ਕਿਹਾ ਜਾਂਦਾ ਸੀ। ਦੇ ਆਲ ਵਰ ਹਾਰਟਲੈਸ ਐਂਡ ਕਰੂਅਲ। ਹੁਣ ਇਹ ਸਾਰੇ ਜਣੇ ਮਤਲਬ ਕਿ ਵਾਰਡਰਸ ਹੋ ਗਏ, ਪੈਟੀ ਅਫਸਰਸ ਹੋ ਗਏ, ਜਮਾਦਾਰਸ ਹੋ ਗਏ ਜਾਂ ਚੀਫ ਗਵਰਨਿੰਗ ਆਫੀਸ਼ੀਅਲਸ ਹੋ ਗਏ, ਇਹ ਸਾਰੇ ਜਣੇ ਹਾਰਟਲੈਸ ਸੀਗੇ। ਹਾਰਟਲੈਸ ਦਾ ਮਤਲਬ ਜਿਨ੍ਹਾਂ ਦਾ ਦਿਲ ਹੀ ਨਹੀਂ ਹੈ, ਨਿਰਦਈ ਅਤੇ ਕਰੂਅਲ, ਅਤੇ ਇਹ ਜ਼ਾਲਿਮ ਸੀ ਸਾਰੇ, ਕਿਉਂਕਿ ਬਹੁਤ ਜ਼ਿਆਦਾ ਮਾਰ ਕੁਟਾਈ ਇਹ ਕੈਦੀਆਂ ਨਾਲ ਕਰਦੇ ਸੀ ਅਤੇ ਉਹਨਾਂ ਨੂੰ ਬਹੁਤ ਹੀ ਮਾੜਾ ਬੋਲਦੇ ਸੀ। ਜੇਲਰ ਡੇਵਿਡ ਬੈਰੀ ਯੂਜ਼ਡ ਟੂ ਐਡਰੈਸ ਦਾ ਪ੍ਰਿਜ਼ਨਰਸ ਲਾਈਕ ਅ ਡੈਮੀਗੋਡ। ਤਾਂ ਸਾਨੂੰ ਪਤਾ ਬੱਚਿਓ ਕਿ ਜਿਹੜਾ ਜੇਲਰ ਡੇਵਿਡ ਬੈਰੀ ਹੈ, ਇਹ ਪ੍ਰਿਜ਼ਨਰਸ ਦਾ ਮਤਲਬ ਕੈਦੀਆਂ ਨੂੰ ਜਦੋਂ ਸੰਬੋਧਨ ਕਰਦਾ ਸੀ ਤਾਂ ਉਹ ਇੱਕ ਡੈਮੀਗੋਡ ਦੇ ਵਾਂਗੂ ਸੰਬੋਧਨ ਕਰਦਾ ਸੀ। ਤਾਂ ਡੈਮੀਗੋਡ ਦਾ ਮਤਲਬ ਬੱਚੇ ਮੈਂ ਤੁਹਾਨੂੰ ਚੈਪਟਰ ਦੀ ਐਕਸਪਲੇਨੇਸ਼ਨ ਕਰਦੇ ਹੋਏ ਦੱਸਿਆ ਸੀ ਕਿ ਇਹ ਇੱਕ ਮਿਥੋਲੋਜੀਕਲ, ਇੱਕ ਮਿਥਿਹਾਸਿਕ ਕਰੈਕਟਰ ਹੈ ਜਿਸ ਦਾ ਕਿ ਅੱਧਾ ਸਰੀਰ ਮਨੁੱਖ ਵਰਗਾ ਹੈ ਤੇ ਬਾਕੀ ਅੱਧਾ ਸਰੀਰ ਭਗਵਾਨ ਵਰਗਾ ਹੈ। ਤਾਂ ਉਹ ਡੇਵਿਡ ਬੈਰੀ ਨੂੰ ਇਸ ਚੈਪਟਰ ਦੇ ਵਿੱਚ ਡੈਮੀਗੋਡ ਕਿਹਾ ਗਿਆ ਕਿ ਉਹ ਡੈਮੀਗੋਡ ਦੇ ਵਾਂਗੂ ਕੈਦੀਆਂ ਦੇ ਅੱਗੇ ਸੰਬੋਧਨ ਕਰਦਾ ਸੀ। ਹੀ ਆਰਡਰਸ them ਟੂ ਫੋਲੋ ਦਾ ਰੂਲਸ ਸਟ੍ਰਿਕਟਲੀ। ਤਾਂ ਉਹ ਉਹਨਾਂ ਨੂੰ ਆਰਡਰ ਦਿੰਦਾ ਸੀ, ਹੁਕਮ ਦਿੰਦਾ ਸੀ ਕਿ ਜਿਹੜੇ ਤੁਸੀਂ ਨਿਯਮ ਫੋਲੋ ਕਰਨੇ ਨੇ, ਜਿਹੜੇ ਕਿ ਇਸ ਜੇਲ੍ਹ ਦੇ ਨਿਯਮ ਨੇ, ਉਹਨਾਂ ਨੂੰ ਤੁਸੀਂ ਮੰਨਣਾ ਹੈ ਸਟ੍ਰਿਕਟਲੀ, ਮਤਲਬ ਸਖਤੀ ਨਾਲ। ਹੀ ਵੁੱਡ ਸੇ, ਉਹ ਆਮ ਤੌਰ 'ਤੇ ਅਕਸਰ ਕਹਿੰਦਾ ਸੀ, ਇਫ ਯੂ ਡਿਸਓਬੇ ਮੀ ਮੇ ਗੋਡ ਹੈਲਪ ਯੂ, ਕਿ ਜੇਕਰ ਤੁਸੀਂ ਮੇਰਾ ਕਹਿਣਾ ਨਾ ਮੰਨਿਆ। ਡਿਸਓਬੇ ਦਾ ਮਤਲਬ ਹੁੰਦਾ ਬੱਚਿਓ ਕਹਿਣਾ ਨਾ ਮੰਨਣਾ, ਓਬੇ ਦਾ ਮਤਲਬ ਹੁੰਦਾ ਹੈ ਕਹਿਣਾ ਮੰਨਣਾ, ਡਿਸਓਬੇ ਉਹਦਾ ਆਪੋਜ਼ਿਟ ਹੁੰਦਾ ਹੈ ਕਿ ਜੇਕਰ ਤੁਸੀਂ ਮੈਨੂੰ ਡਿਸਓਬੇ ਕੀਤਾ, ਮੇਰਾ ਕਹਿਣਾ ਨਾ ਮੰਨਿਆ, ਕਾਸ਼ ਪਰਮਾਤਮਾ ਤੁਹਾਡੀ ਮਦਦ ਕਰੇ। ਮੇ ਗੋਡ ਹੈਲਪ ਯੂ, ਜੀ ਵੱਡੀ ਪਾਣੀ ਹੈ ਬੱਚਿਓ, ਖਿਆਲ ਰੱਖਣਾ ਇੱਥੇ ਕਿ ਮੇ ਗੋਡ ਹੈਲਪ ਯੂ, ਕਿ ਕਾਸ਼ ਤੁਹਾਡੀ ਪਰਮਾਤਮਾ ਮਦਦ ਕਰੇ। ਰਿਮੈਂਬਰ ਆਲਸੋ ਦੈਟ ਗੋਡ ਡਜ਼ ਨੋਟ ਕਮ ਵਿਦਿਨ 3 miles ਆਫ ਪੋਰਟ ਬਲੇਅਰ। ਇਹ ਗੱਲ ਯਾਦ ਰੱਖਿਓ, ਰਿਮੈਂਬਰ ਆਲਸੋ ਦਾ ਮਤਲਬ ਇਹ ਗੱਲ ਯਾਦ ਰੱਖਿਓ ਕਿ ਪਰਮਾਤਮਾ ਵੀ ਪੋਰਟ ਬਲੇਅਰ ਦੇ 3 ਮੀਲ ਦੇ ਏਰੀਆ ਦੇ ਅੰਦਰ ਨਹੀਂ ਆਉਂਦਾ। ਇੱਥੇ ਤੁਸੀਂ ਇਹ ਸਮਝ ਸਕਦੇ ਹੋ ਬੱਚਿਓ ਕਿ ਉਹ ਆਪਣੇ ਆਪ ਨੂੰ ਭਗਵਾਨ ਤੋਂ ਵੀ ਵੱਡਾ ਦਿਖਾ ਰਿਹਾ ਹੈ ਕਿ ਮੇਰੀ ਇੱਥੇ ਇੰਨੀ ਚੱਲਦੀ ਹੈ ਕਿ ਇੱਥੇ ਪਰਮਾਤਮਾ ਵੀ ਆ ਨਹੀਂ ਸਕਦਾ, ਤਾਂ ਪਰਮਾਤਮਾ ਤੁਹਾਨੂੰ ਫਿਰ ਮੇਰੇ ਤੋਂ ਕਿਵੇਂ ਬਚਾਊ ਜੇ ਤੁਸੀਂ ਮੇਰਾ ਕਹਿਣਾ ਨਹੀਂ ਮੰਨੋਗੇ। ਤਾਂ ਬੱਚਿਓ ਕਿਉਂਕਿ ਉਹ ਇਹਨਾਂ ਵਰਡਸ ਦੇ ਨਾਲ ਕੈਦੀਆਂ ਨੂੰ ਐਡਰੈਸ ਕਰਦਾ ਹੈ, ਤਾਂ ਤੁਸੀਂ ਇਹ ਵਰਡਸ ਐਵੇਂ ਹੀ ਲਿਖ ਕੇ ਆਣੇ ਨੇ ਜੇਕਰ ਇਹ ਕੁਐਸਚਨ ਆ ਜਾਂਦਾ ਹੈ। ਤੇ ਇਹ ਵਾਲੀਆਂ ਸਾਰੀਆਂ ਗੱਲਾਂ ਬੱਚਿਓ ਤੁਸੀਂ ਡਬਲ ਕੋਟਸ ਦੇ ਵਿੱਚ ਲਿਖਣੀਆਂ ਨੇ। ਦੇਖੋ ਮੈਂ ਡਬਲ ਕੋਟਸ ਦੇ ਨਾਲ ਇਫ ਤੋਂ ਸਟਾਰਟ ਕੀਤਾ ਹੈ ਅਤੇ ਬਲੇਅਰ ਦੇ ਬਾਅਦ ਮੈਂ ਇਹ ਡਬਲ ਕੋਟਸ ਬੰਦ ਕੀਤੇ ਨੇ, ਕਿਉਂਕਿ ਜਦੋਂ ਆਪਾਂ ਕਿਸੇ ਦੀਆਂ ਗੱਲਾਂ ਐਜ਼ ਇਟ ਇਜ਼ ਬੱਚਿਓ ਕਿਸੇ ਜਗ੍ਹਾ ਤੇ ਰੈਫਰ ਕਰਨੀਆਂ ਹੁੰਦੀਆਂ ਨੇ ਤਾਂ ਅਸੀਂ ਉਸ ਨੂੰ ਡਬਲ ਕੋਟਸ ਦੇ ਵਿੱਚ ਲਿਖਦੇ ਹਾਂ। ਤਾਂ ਅਸੀਂ ਇਹਨਾਂ ਨੂੰ ਐਵੇਂ ਹੀ ਲਿਖਣਾ ਹੈ। ਇਹ ਵਾਲੀਆਂ ਦੋਨੇ ਲਾਈਨਾਂ ਬੱਚਿਓ ਤੁਸੀਂ ਪਾ ਕੇ ਜ਼ਰੂਰ ਦੇਖ ਲੈਣੀਆਂ ਨੇ ਤਾਂ ਕਿ ਕੋਈ ਗਲਤੀ ਦੀ ਗੁੰਜਾਇਸ਼ ਨਾ ਰਹੇ। ਤਾਂ ਬੱਚਿਓ ਸਾਨੂੰ ਪਤਾ ਹੈ ਕਿ ਚੈਪਟਰ ਦੇ ਪਹਿਲੇ ਕੁਐਸਚਨ ਦੇ ਵਿੱਚ ਸਾਨੂੰ ਗਦਰ ਪਾਰਟੀ ਦੇ ਬਾਰੇ ਪੁੱਛਿਆ ਗਿਆ ਸੀ, ਤਾਂ ਅਸੀਂ ਆਹ ਵਾਲੀਆਂ ਲਾਈਨਾਂ ਉਹਦੇ ਵਿੱਚ ਵੀ ਇਨਕਲੂਡ ਕਰ ਸਕਦੇ ਹਾਂ ਕਿ ਬਟ ਦਾ ਗਦਰਾਈਟਸ ਰਿਜ਼ੋਲਵ ਨਾਟ ਟੂ ਸਫਰ ਐਨੀ ਇਨਸਲਟ ਔਰ ਅਬਿਊਜ਼ ਵਿਦਆਊਟ ਅ ਡਿਟਰਮਿਨਡ ਰਿਟੈਲੀਏਸ਼ਨ। ਪਰੰਤੂ ਸਾਡੇ ਗਦਰੀ ਬਾਬਿਆਂ ਨੇ ਇਹ ਨਿਸ਼ਚਾ ਕੀਤਾ, ਰਿਜ਼ੋਲਵ ਦਾ ਮਤਲਬ ਹੁੰਦਾ ਬੱਚਿਓ ਨਿਸ਼ਚਾ ਕਰਨਾ, ਕਿ ਉਹ ਕਿਸੇ ਤਰ੍ਹਾਂ ਦੀ ਇਨਸਲਟ ਮਤਲਬ ਕਿ ਬੇਇੱਜ਼ਤੀ ਜਾਂ ਅਬਿਊਜ਼ ਜਾਂ ਗਾਲਾਂ ਉਹ ਬਰਦਾਸ਼ਤ ਨਹੀਂ ਕਰਨਗੇ। ਨਾਟ ਟੂ ਸਫਰ ਦਾ ਮਤਲਬ ਕਿ ਉਹ ਨਹੀਂ ਬਰਦਾਸ਼ਤ ਕਰਨਗੇ। ਕਿਵੇਂ? ਵਿਦਆਊਟ ਅ ਡਿਟਰਮਿਨਡ ਰਿਟੈਲੀਏਸ਼ਨ, ਦ੍ਰਿੜ ਨਿਸ਼ਚੇ ਵਾਲੀ ਰਿਟੈਲੀਏਸ਼ਨ ਤੋਂ ਬਿਨਾਂ ਉਹ ਇਹ ਬੇਇੱਜ਼ਤੀ ਅਤੇ ਗਾਲਾਂ ਬਰਦਾਸ਼ਤ ਨਹੀਂ ਕਰਨਗੇ। ਰਿਟੈਲੀਏਸ਼ਨ ਦਾ ਮਤਲਬ ਬੱਚੇ ਮੈਂ ਤੁਹਾਨੂੰ ਚੈਪਟਰ ਦੇ ਵਿੱਚ ਐਕਸਪਲੇਨ ਕੀਤਾ ਹੈ ਕਿ ਸਪੋਜ਼ ਕਰੋ ਕੋਈ ਬੰਦਾ ਕਿਸੇ ਬੰਦੇ ਨੂੰ ਫਿਜ਼ੀਕਲੀ ਹਰਟ ਕਰਨ ਦੀ ਕੋਸ਼ਿਸ਼ ਕਰਦਾ ਜਾਂ ਉਸ ਨੂੰ ਮਾੜਾ ਬੋਲਦਾ ਹੈ, ਤਾਂ ਦੂਸਰਾ ਬੰਦਾ ਵੀ ਬਦਲੇ ਦੇ ਵਿੱਚ ਉਹਨੂੰ ਉਵੇਂ ਹੀ ਬੋਲਦਾ ਹੈ, ਤਾਂ ਅਸੀਂ ਉਸ ਨੂੰ ਰਿਟੈਲੀਏਸ਼ਨ ਕਹਿੰਦੇ ਹਾਂ। ਪੂਰੀ ਦੀ ਪੂਰੀ ਲਾਈਨ ਬੱਚਿਓ ਯਾਦ ਕਰੋ, ਇੱਕ ਸ਼ਾਰਟ ਆਨਸਰ ਟਾਈਪ ਕੁਐਸਚਨ ਦੇ ਵਿੱਚ ਵੀ ਆਈ ਸੀ, ਤਾਂ ਮੈਂ ਉਹੀ ਲਾਈਨ ਇਸ ਦੇ ਵਿੱਚ ਇਨਕਲੂਡ ਕੀਤੀ ਹੈ। ਦਾ ਲੌਂਗ ਹੰਗਰ ਸਟ੍ਰਾਈਕ ਆਫ ਦਾ ਗਦਰਾਈਟਸ ਫੋਰਸ ਦਾ ਬ੍ਰਿਟਿਸ਼ ਆਫੀਸ਼ੀਅਲਸ ਟੂ ਡਿਸਕੰਟੀਨਿਊ ਸਮ ਆਫ ਦੇਅਰ ਪ੍ਰੈਕਟਿਸਿਸ ਆਫ ਬੈਡ ਟ੍ਰੀਟਮੈਂਟ। ਤਾਂ ਬੱਚਿਓ ਸਾਨੂੰ ਇਹ ਵੀ ਪਤਾ ਹੈ ਕਿ ਜਦੋਂ ਬ੍ਰਿਟਿਸ਼ ਅਧਿਕਾਰੀ ਸਾਡੇ ਗਦਰੀ ਬਾਬਿਆਂ ਦੇ ਨਾਲ ਬਹੁਤ ਹੀ ਮਾੜਾ ਵਿਵਹਾਰ ਕਰਦੇ ਸੀ, ਤਾਂ ਗਦਰੀ ਬਾਬਿਆਂ ਨੇ ਫਿਰ ਇੱਕ ਲੰਬੀ ਹੰਗਰ ਸਟ੍ਰਾਈਕ, ਭੁੱਖ ਹੜਤਾਲ ਸ਼ੁਰੂ ਕੀਤੀ। ਤਾਂ ਉਸ ਲੰਬੀ ਹੰਗਰ ਸਟ੍ਰਾਈਕ ਦੇ ਨਾਲ, ਗਦਰੀ ਬਾਬਿਆਂ ਦੀ ਲੰਬੀ ਹੰਗਰ ਸਟ੍ਰਾਈਕ ਦੇ ਨਾਲ ਬ੍ਰਿਟਿਸ਼ ਆਫੀਸ਼ੀਅਲ ਨੂੰ ਮਜਬੂਰ ਹੋਣਾ ਪਿਆ। ਫੋਰਸ ਦਾ ਮਤਲਬ ਮਜਬੂਰ ਹੋਣਾ ਪਿਆ, ਦੁਬਾਰਾ ਬੱਚਿਓ ਵਰਡ ਆਇਆ ਕਿ ਉਹ ਆਪਣੀਆਂ ਬੈਡ ਟ੍ਰੀਟਮੈਂਟ ਵਾਲੀਆਂ, ਬੁਰੇ ਵਿਵਹਾਰ ਵਾਲੀਆਂ ਕੁਝ ਪ੍ਰੈਕਟਿਸਿਸ, ਕੁਝ ਜੋ ਉਹ ਢੰਗ ਅਪਣਾਉਂਦੇ ਸੀ, ਉਹਨਾਂ ਨੂੰ ਉਹ ਡਿਸਕੰਟੀਨਿਊ ਕਰ ਦੇਣ, ਛੱਡ ਦੇਣ।
ਤਾਂ ਇੱਕ ਤਰ੍ਹਾਂ ਨਾਲ ਗਦਰੀ ਬਾਬਿਆਂ ਦੀ ਜੋ ਭੁੱਖ ਹੜਤਾਲ ਦਾ ਅਸਰ ਇਹ ਹੋਇਆ ਕਿ ਬ੍ਰਿਟਿਸ਼ ਆਫੀਸ਼ੀਅਲਸ ਨੂੰ ਆਪਣੇ ਨਿਰਦਈ ਢੰਗਾਂ ਤੋਂ ਬਾਜ਼ ਆਉਣਾ ਪਿਆ। The sufferings and resistance of these living martyrs was indeed very severe and testing। ਇਹ ਲਾਈਨ ਬੱਚਿਓ ਤੁਸੀਂ ਜ਼ਰੂਰ ਲਿਖ ਕੇ ਆਣੀ ਹੈ ਕਿ ਜਿਹੜੀ ਸਫਰਿੰਗਸ ਮਤਲਬ ਕਿ ਦੁੱਖ ਤਕਲੀਫਾਂ ਗਦਰੀ ਬਾਬਿਆਂ ਨੇ ਝੱਲੀਆਂ ਅਤੇ ਰੈਜ਼ਿਸਟੈਂਸ ਦਾ ਮਤਲਬ ਹੁੰਦਾ ਬੱਚਿਓ ਜਦੋਂ ਆਪਾਂ ਕਿਸੇ ਗਲਤ ਵਿਵਹਾਰ ਦਾ ਅਪੋਜ਼ ਕਰਦੇ ਹਾਂ, ਉਸ ਦਾ ਪ੍ਰਤੀਰੋਧ ਕਰਦੇ ਹਾਂ। ਕਿਹਨਾਂ ਦਾ? ਆਫ ਥੀਜ਼ ਲਿਵਿੰਗ ਮਾਰਟਰਸ। ਤਾਂ ਲਿਵਿੰਗ ਮਾਰਟਰਸ ਕਿਹਨੂੰ ਕਿਹਾ ਗਿਆ ਬੱਚਿਓ? ਗਦਰੀ ਬਾਬਿਆਂ ਨੂੰ ਕਿਹਾ ਗਿਆ। ਮਾਰਟਰਸ ਦਾ ਮਤਲਬ ਬੱਚਿਓ ਵੈਸੇ ਸ਼ਹੀਦ ਹੁੰਦਾ ਹੈ ਤੇ ਲਿਵਿੰਗ ਦਾ ਮਤਲਬ ਹੋ ਗਿਆ ਜਿਉਂਦੇ ਸ਼ਹੀਦ। ਤਾਂ ਇੱਥੇ ਜਿਉਂਦੇ ਸ਼ਹੀਦ ਕਿਸ ਨੂੰ ਕਿਹਾ ਗਿਆ? ਜਿਉਂਦੇ ਸ਼ਹੀਦ ਕਿਹਾ ਗਿਆ ਬੱਚਿਓ ਗਦਰੀ ਬਾਬਿਆਂ ਨੂੰ। ਤਾਂ ਗਦਰੀ ਬਾਬਿਆਂ ਦੀ ਜਿਹੜੀਆਂ ਸਫਰਿੰਗ ਸੀਗੀਆਂ, ਦੁੱਖ ਤਕਲੀਫਾਂ ਸੀ, ਜਾਂ ਉਹਨਾਂ ਦਾ ਜਿਹੜਾ ਰੈਜ਼ਿਸਟੈਂਸ ਸੀ, ਪ੍ਰਤੀਰੋਧ ਸੀ ਅੰਗਰੇਜ਼ ਸਰਕਾਰ ਦੇ ਜ਼ੁਲਮਾਂ ਦੇ ਪ੍ਰਤੀ, ਉਹ ਸੱਚਮੁੱਚ ਵੈਰੀ ਸਿਵੀਅਰ, ਬਹੁਤ ਹੀ ਔਖਾ ਅਤੇ ਟੈਸਟਿੰਗ, ਪ੍ਰੀਖਿਆ ਲੈਣ ਵਾਲਾ ਸੀ। ਸਿਵੀਅਰ ਦਾ ਮਤਲਬ ਬਹੁਤ ਹੀ ਔਖੇ ਸਮੇਂ ਨੂੰ ਕਿਹਾ ਜਾਂਦਾ ਬੱਚਿਓ, ਅਤੇ ਟੈਸਟਿੰਗ ਪ੍ਰੀਖਿਆ ਨੂੰ ਕਿਹਾ ਜਾਂਦਾ ਹੈ ਕਿ ਉਹਨਾਂ ਦਾ ਜਿਹੜਾ ਸਮਾਂ ਸੀ ਜੋ ਉਹਨਾਂ ਨੇ ਸੈਲੂਲਰ ਜੇਲ੍ਹ ਦੇ ਵਿੱਚ ਬਿਤਾਇਆ, ਉਹ ਲਿਵਿੰਗ ਮਾਰਟਰਸ ਦਾ ਇਹ ਸਮਾਂ ਬਹੁਤ ਹੀ ਔਖਾ ਅਤੇ ਪ੍ਰੀਖਿਆ ਲੈਣ ਵਾਲਾ ਸੀ। ਤਾਂ ਹੀ ਇਸ ਚੈਪਟਰ ਦੇ ਐਂਡ ਦੇ ਵਿੱਚ ਸਾਡੇ ਰਾਈਟਰ ਹਰੀਸ਼ ਕੇ ਪੁਰੀ ਜੀ ਨੇ ਲਿਖਿਆ ਸੀ ਕਿ ਲਿਵਿੰਗ ਮਾਰਟਰਸ ਜਿਹੜੇ ਸਾਡੇ ਗਦਰੀ ਬਾਬੇ ਸੀ, ਉਹਨਾਂ ਦਾ ਸਮਾਂ ਉਹਨਾਂ ਸ਼ਹੀਦਾਂ ਨਾਲੋਂ ਕਿਤੇ ਜ਼ਿਆਦਾ ਔਖਾ ਸੀ ਜਿਹੜੇ ਕਿ ਫਾਂਸੀਆਂ 'ਤੇ ਝੂਲ ਗਏ ਸੀ। ਤਾਂ ਬੱਚੇ ਉਮੀਦ ਹੈ ਕਿ ਤੁਹਾਡੇ ਇਹ ਸਾਰੇ ਲੌਂਗ ਆਨਸਰ ਟਾਈਪ ਕੁਐਸਚਨਸ ਕਲੀਅਰ ਹੋ ਗਏ ਹੋਣਗੇ। ਚੈਪਟਰ ਦੇ ਵਿੱਚ ਬੱਚਿਓ ਕੋਈ ਵੀ ਕੁਐਸਚਨ ਆਉਂਦਾ ਉਹਨਾਂ ਚਾਰਾਂ ਦੇ ਵਿੱਚੋਂ ਤਾਂ ਤੁਸੀਂ ਇਹੀ ਕੰਪਰੀਹੈਂਸਿਵ ਆਨਸਰਸ ਦੀਆਂ ਲਾਈਨਸ ਵਿੱਚੋਂ ਦੀ ਤੁਸੀਂ ਲਿਖ ਸਕਦੇ ਹੋ। ਜੇਕਰ ਫਿਰ ਵੀ ਤੁਹਾਡਾ ਕੋਈ ਡਾਊਟ ਹੈ ਤਾਂ ਬੱਚਿਓ ਤੁਸੀਂ ਮੇਰੇ ਨਾਲ ਕਮੈਂਟ ਸੈਕਸ਼ਨ ਦੇ ਵਿੱਚ ਜੁੜ ਸਕਦੇ ਹੋ। ਵੀਡੀਓ ਦੇ ਐਂਡ ਦੇ ਵਿੱਚ ਬੱਚਿਓ ਮੈਂ ਇਸ ਚੈਪਟਰ ਨਾਲ ਰਿਲੇਟਿਡ ਜੋ ਵੀ ਮੈਂ ਹੋਰ ਵੀਡੀਓਜ਼ ਬਣਾਏ ਨੇ ਉਹਨਾਂ ਦੇ ਲਿੰਕ ਤੁਹਾਡੇ ਨਾਲ ਸ਼ੇਅਰ ਕਰ ਰਿਹਾ ਹਾਂ। ਨੈਕਸਟ ਵੀਡੀਓ ਦੇ ਵਿੱਚ ਆਪਾਂ ਕਿਸੇ ਹੋਰ ਟੌਪਿਕ ਨੂੰ ਲੈ ਕੇ ਮਿਲਾਂਗੇ ਜੀ। ਫਿਰ ਮਿਲਦੇ ਹਾਂ। ਧੰਨਵਾਦ।